Hello guys, welcome back to my channel. My name is Gurleen Kaur. ਸੋ ਲਾਸਟ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਿਆ ਸੀਗਾ ਅਬਾਊਟ ਫਿਆਟ ਮਨੀ ਲੀਗਲ ਟੈਂਡਰ। ਦੈਨ ਉਸ ਤੋਂ ਬਾਅਦ ਅਸੀਂ ਵੇਖਿਆ ਸੀਗਾ ਕਿ ਕਿੰਨੇ ਟਾਈਪਸ ਦੇ ਲੀਗਲ ਟੈਂਡਰ ਹੁੰਦੇ ਨੇ, ਲਿਮਿਟਿਡ ਲੀਗਲ ਟੈਂਡਰ ਐਂਡ ਅਨਲਿਮਿਟਿਡ ਲੀਗਲ ਟੈਂਡਰ। ਦੈਨ ਉਸ ਤੋਂ ਬਾਅਦ ਅਸੀਂ ਡਿਸਕਸ ਕਰਿਆ ਸੀ ਕੋਇਨ ਐਂਡ ਕੋਇਨੇਜ ਐਕਟ 2011 ਦੇ ਰਿਗਾਰਡਿੰਗ। ਦੈਨ ਫਿਰ ਅਸੀਂ ਡਿਸਕਸ ਕਰਿਆ ਸੀ ਬਲੋਕਚੇਨ ਟੈਕਨੋਲੋਜੀ ਦੇ ਰਿਗਾਰਡਿੰਗ ਕੀ ਇਸ ਦੀ ਐਪਲੀਕੇਸ਼ਨਸ ਨੇ, ਬਲੋਕਚੇਨ ਕੰਮ ਕਿੱਦਾਂ ਕਰਦੀ ਹੈ, ਹੈਸ਼ ਪ੍ਰੀਵੀਅਸ ਹੈਸ਼ ਬਾਰੇ ਅਸੀਂ ਵੇਖਿਆ ਸੀ। ਦੈਨ ਅਸੀਂ ਇਹ ਜੋ ਵੀ ਡਾਇਗਰਾਮ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟੇਸ਼ਨ ਕੀਤੀ ਹੋਈ ਹੈ ਇਸ ਦੇ ਬਾਰੇ ਵੀ ਅਸੀਂ ਡਿਸਕਸ ਕੀਤਾ ਸੀ। ਦੈਨ ਅਸੀਂ ਟ੍ਰਾਂਜੈਕਸ਼ਨ ਬਲੋਕਚੇਨ ਦੇ ਵਿੱਚ ਕਿੱਦਾਂ ਕੀਤੀ ਜਾਂਦੀ ਹੈ ਇਸ ਦੇ ਬਾਰੇ ਵੀ ਅਸੀਂ ਡਿਸਕਸ ਕਰਿਆ ਸੀ। ਯੂਜ਼ਸ ਆਫ ਬਲੋਕਚੇਨ, ਬੈਨੀਫਿਟਸ ਆਫ ਬਲੋਕਚੇਨ, ਡਿਸਐਡਵਾਂਟੇਜਸ ਅਤੇ ਹੋਰ ਵੀ ਬਹੁਤ ਸਾਰੀ ਐਪਲੀਕੇਸ਼ਨਸ ਅਸੀਂ ਵੇਖੀ ਸੀ। ਐਂਡ ਫਾਈਨਲੀ ਅਸੀਂ ਬਲੋਕਚੇਨ ਦੇ ਰਿਗਾਰਡਿੰਗ ਜੋ ਬਿਲ ਆਫ ਰਾਈਟਸ ਸੀ ਉਸ ਦੇ ਬਾਰੇ ਵੀ ਗੱਲ ਕੀਤੀ ਸੀ। ਦੈਨ ਉਸ ਤੋਂ ਬਾਅਦ ਅਸੀਂ ਕ੍ਰਿਪਟੋ ਕਰੰਸੀ ਇਸ ਦੇ ਬਾਰੇ ਡਿਸਕਸ ਕੀਤਾ ਸੀਗਾ। ਇਹ ਜੋ ਮੈਂ ਬੋਲ ਰਹੀ ਹਾਂ ਨਾ ਕਿ ਅਸੀਂ ਡਿਸਕਸ਼ਨ ਕੀਤੀ ਸੀ, ਸੋ ਇਹ ਲਾਈਕ ਪੂਰੀ ਇੱਕ ਹੀ ਵੀਡੀਓ ਦੇ ਵਿੱਚ ਨਹੀਂ ਕੀਤੀ ਗਈ ਹੈ ਡਿਸਕਸ਼ਨ। ਇਹ ਵਾਰੀ ਕਰਕੇ ਵੀਡੀਓਜ਼ ਆਈਆਂ ਸੀ। ਸਭ ਤੋਂ ਪਹਿਲਾਂ ਫਿਆਟ ਮਨੀ ਲੀਗਲ ਟੈਂਡਰ ਉਸ ਪੂਰੇ ਟੌਪਿਕ 'ਤੇ ਆਈ ਸੀ। ਦੈਨ ਫਿਰ ਬਲੋਕਚੇਨ ਟੈਕਨੋਲੋਜੀ 'ਤੇ ਮੈਂ ਪਰਟੀਕੂਲਰਲੀ ਇੱਕ ਵੀਡੀਓ ਬਣਾਈ ਸੀਗੀ, ਠੀਕ ਹੈ, ਜਿਸ ਦੇ ਵਿੱਚ ਅਸੀਂ ਬਿਟਕੋਇਨ, ਕ੍ਰਿਪਟੋਗ੍ਰਾਫੀ ਅਤੇ ਪ੍ਰੋਸੈਸ ਟੂ ਗੈਟ ਅ ਬਿਟਕੋਇਨ, ਕਿੱਦਾਂ ਬਿਟਕੋਇਨਸ ਪ੍ਰੋਸੈਸ ਕੀਤੇ ਜਾਂਦੇ ਹੈ, ਸਿਨੈਰੀਓ ਕ੍ਰਿਪਟੋ ਕਰੰਸੀਜ਼ ਦਾ ਕੀ ਹੈ, ਕਰੰਟ ਸਿਚੁਏਸ਼ਨ ਇੰਡੀਆ ਦੇ ਵਿੱਚ ਕੀ ਹੈ, ਪ੍ਰੋਬਲਮਸ ਕੀ ਨੇ ਕ੍ਰਿਪਟੋ ਕਰੰਸੀਜ਼ ਦੇ ਵਿੱਚ, ਐਡਵਾਂਟੇਜਸ ਕੀ ਨੇ, ਇਹ ਸਾਰਾ ਕੁਛ ਅਸੀਂ ਡਿਸਕਸ ਕਰ ਲਿਆ ਸੀ, ਠੀਕ ਹੈ। ਸੋ ਟੂਡੇ ਵੀ ਗੋਣਾ ਟਾਕ ਅਬਾਊਟ ਸਰਫੇਸ ਵੈਬ, ਡੀਪ ਵੈਬ ਐਂਡ ਡਾਰਕ ਵੈਬ, ਠੀਕ ਹੈ। ਇਸ ਦੇ ਬਾਰੇ ਅਸੀਂ ਗੱਲ ਕਰਾਂਗੇ। ਨੋਨ ਫੰਜੀਬਲ ਟੋਕਨਸ ਬਾਰੇ ਗੱਲ ਕਰਾਂਗੇ, ਠੀਕ ਹੈ। ਔਰ ਅਗਰ ਤੁਸੀਂ ਮੇਰੇ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਹੋ ਦੈਨ ਫਿਰ ਤਾਂ ਚੰਗੀ ਗੱਲ ਹੈ, ਬਟ ਅਗਰ ਕੋਈ ਇਹ ਵੀਡੀਓ ਫਸਟ ਟਾਈਮ ਵੇਖ ਰਿਹਾ ਤਾਂ ਆਈ ਵੁੱਡ ਸੁਜੈਸਟ ਕਿ ਤੁਸੀਂ ਪਿਛਲੀ ਜੋ ਮੇਰੀ ਇਹ ਪੂਰੀ ਇਕੋਨਮੀ ਦੀ ਸੀਰੀਜ਼ ਹੈ ਉਸ ਦੀ ਜੋ ਵੀਡੀਓਜ਼ ਹੈ ਸਟਾਰਟਿੰਗ ਤੋਂ ਹੀ ਵੇਖੋ, ਬਿਕੋਜ਼ ਮੈਂ ਜੋ ਵੀਡੀਓਜ਼ ਬਣਾ ਰਹੀ ਹਾਂ ਦੈਟ ਇਜ਼ ਅਕੋਰਡੈਂਸ ਵਿਦ IAS ਪ੍ਰੀਲਿਮਸ ਸਿਲੇਬਸ, ਠੀਕ ਹੈ। ਅਤੇ ਬਾਕੀ ਹੋਰ ਵੀ ਜੋ ਤੁਸੀਂ ਅਗਰ ਕੋਈ ਵੇਰੀਅਸ ਸਟੇਟ ਗਵਰਨਮੈਂਟ ਐਗਜ਼ਾਮਸ ਦੀ ਤਿਆਰੀ ਕਰ ਰਹੇ ਹੋ ਉਹਦੇ ਵਿੱਚ ਵੀ ਅਗਰ ਤੁਹਾਡਾ ਇਕੋਨਮੀ ਦਾ ਪੋਰਸ਼ਨ ਹੈ ਦੈਨ ਉਸ ਦੇ ਲਈ ਵੀ ਤੁਸੀਂ ਇਹ ਪਲੇਲਿਸਟ ਰੈਫਰ ਕਰ ਸਕਦੇ ਹੋ। ਮੈਂ ਅਲੱਗ ਤੋਂ ਵੀ ਪਲੇਲਿਸਟ ਇਸ ਦੀ ਬਣਾ ਰੱਖੀ ਹੈ। ਦੈਨ ਮੈਂ ਮਾਡਰਨ ਹਿਸਟਰੀ ਵੀ ਸਟਾਰਟ ਕਰਵਾਈ ਹੈ, ਠੀਕ ਹੈ, ਉਹ ਵੀ IAS ਪ੍ਰੀਲਿਮ ਸਿਲੇਬਸ ਦੇ ਅਕੋਰਡਿੰਗ ਹੈ। ਬਾਕੀ ਇਨ ਫਿਊਚਰ ਮੈਂ ਹੋਰ ਵੀ ਸਬਜੈਕਟ ਜੋ ਹੈਗੇ ਆ ਉਹਨਾਂ 'ਤੇ ਵੀਡੀਓਜ਼ ਲੈ ਕੇ ਆਵਾਂਗੀ, ਬਟ ਪਹਿਲਾਂ ਅਸੀਂ ਇਹਨਾਂ ਨੂੰ ਹੀ ਕੰਪਲੀਟ ਕਰਾਂਗੇ, ਠੀਕ ਹੈ। ਅਤੇ ਕ੍ਰਿਪਟੋ ਕਰੰਸੀ ਬਾਰੇ ਅਸੀਂ ਡਿਸਕਸ ਕਰ ਲਿਆ ਸੀ, ਲਾਈਕ ਕਿ ਕਿੱਦਾਂ ਇੱਕ ਤਰ੍ਹਾਂ ਦੀ ਡਿਜੀਟਲ ਮਨੀ ਹੁੰਦੀ ਹੈ ਜੋ ਕਿ ਇੱਕ ਕੋਡ ਦੀ ਹੈਲਪ ਨਾਲ ਕ੍ਰੀਏਟ ਕੀਤੀ ਜਾਂਦੀ ਹੈ ਔਰ ਕਿਸ 'ਤੇ ਬੇਸਡ ਹੁੰਦੀ ਹੈ, ਬਲੋਕਚੇਨ ਟੈਕਨੋਲੋਜੀ 'ਤੇ। ਅਤੇ ਇਹ ਇਸ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ ਕਿ ਇਸ ਦੇ ਥਰੂ ਅਸੀਂ ਔਨਲਾਈਨ ਕੋਈ ਵੀ ਚੀਜ਼, ਗੁੱਡਸ ਐਂਡ ਸਰਵਿਸਿਜ਼ ਬਾਏ ਜਾਂ ਸੈਲ ਕਰ ਸਕਦੇ ਨੇ, ਠੀਕ ਹੈ, ਐਂਡ ਪੇਮੈਂਟ ਕਰ ਸਕਦੇ ਨੇ ਇਨ ਦਾ ਫਾਰਮ ਆਫ ਵੇਰੀਅਸ ਕ੍ਰਿਪਟੋ ਕਰੰਸੀਜ਼ ਲਾਈਕ ਬਿਟਕੋਇਨਸ, ਰਿਪਲ, ਇਥੇਰੀਅਮ, ਠੀਕ ਹੈ। ਸੋ ਕ੍ਰਿਪਟੋ ਕਰੰਸੀ ਜੋ ਹੈ ਉਹ ਇੱਕ ਡੀਸੈਂਟਰਲਾਈਜ਼ਡ ਕਰੰਸੀ ਹੈ, ਠੀਕ ਹੈ, ਬਿਕੋਜ਼ ਜਿਸ ਟੈਕਨੋਲੋਜੀ 'ਤੇ ਇਹ ਬੇਸਡ ਹੈ ਦੈਟ ਟੈਕਨੋਲੋਜੀ ਇਜ਼ ਟੂ ਡੀਸੈਂਟਰਲਾਈਜ਼ਡ। ਸੋ ਓਬਵੀਅਸ ਹੈ ਇਸ ਦੇ ਉੱਪਰ ਬਣੀ ਹੋਈ ਜੋ ਐਪਲੀਕੇਸ਼ਨਸ ਨੇ ਉਹ ਵੀ ਸੇਮ ਫਾਰਮ 'ਚ ਹੋਣਗੀਆਂ, ਠੀਕ ਹੈ, ਕਿਉਂਕਿ ਇਸ 'ਚ ਥਰਡ ਪਾਰਟੀ ਦੀ ਕੋਈ ਇੰਟਰਫੇਰੈਂਸ ਨਹੀਂ ਹੁੰਦੀ, ਮਤਲਬ ਕਿ ਕੋਈ ਵੀ ਸੈਂਟਰਲ ਅਥੋਰਿਟੀ ਇਸ ਨੂੰ ਰੈਗੂਲੇਟ ਜਾਂ ਇਸ਼ੂ ਨਹੀਂ ਕਰਦੀ, ਠੀਕ ਹੈ, ਲਾਈਕ ਜਿੱਦਾਂ ਅਦਰ ਪੇਮੈਂਟ ਸਿਸਟਮਸ ਜਿਹੜੇ ਹੈਗੇ ਆ ਉਹ ਕਰਦੇ ਹੈ। ਬਾਕੀ ਕ੍ਰਿਪਟੋ ਕਰੰਸੀ ਦੀ ਦੇਖੋ ਟ੍ਰਾਂਜੈਕਸ਼ਨਸ ਕਦੇ ਵੀ ਫੇਲ ਨਹੀਂ ਹੁੰਦੀਆਂ, ਲਾਈਕ ਅਗਰ ਤੁਸੀਂ ਕੋਈ ਨੋਰਮਲ ਟ੍ਰਾਂਜੈਕਸ਼ਨਸ ਕਰਦੇ ਹੋ, ਠੀਕ ਹੈ, ਤਾਂ ਕਈ ਵਾਰ ਤੁਸੀਂ ਵੇਖਿਆ ਹੋਊਗਾ ਕਿ ਟ੍ਰਾਂਜੈਕਸ਼ਨਸ ਫੇਲ ਹੋ ਸਕਦੀਆਂ। ਉਹਦੇ ਪਿੱਛੇ ਵੀ ਬਹੁਤ ਸਾਰੇ ਰੀਜ਼ਨ ਹੋ ਸਕਦੇ ਹੈ, ਲਾਈਕ ਟ੍ਰਾਂਸਫਰ ਦੀ ਸ਼ਾਇਦ ਲਿਮਿਟ ਐਕਸੀਡ ਹੋ ਗਈ। ਦੈਨ ਦੂਜਾ ਇਹ ਹੋ ਸਕਦਾ ਹੈ ਕਿ ਤੁਹਾਡਾ ਅਕਾਊਂਟ ਸ਼ਾਇਦ ਕਿਸੇ ਨੇ ਹੈਕ ਕਰ ਲਿਆ ਐਂਡ ਦੇ ਕੁਡ ਹੈਵ ਬੀਨ ਸਮ ਟੈਕਨੀਕਲ ਇਸ਼ੂ, ਕੋਈ ਟੈਕਨੀਕਲ ਇਸ਼ੂ ਹੋ ਸਕਦਾ ਬੈਂਕ ਦੇ ਵਿੱਚ, ਠੀਕ ਹੈ। ਔਰ ਕਈ ਵਾਰ ਹਾਈ ਟ੍ਰਾਂਜੈਕਸ਼ਨ ਫੀਸ ਵੀ ਇੰਪੋਜ਼ ਕੀਤੀ ਜਾਂਦੀ ਹੈ ਬੈਂਕ ਦੇ ਥਰੂ, ਉਸ ਕਰਕੇ ਜਿਹੜੀ ਤੁਹਾਡੀ ਟ੍ਰਾਂਜੈਕਸ਼ਨਸ ਹੈ ਫੇਲ ਹੋ ਜਾਂਦੀਆਂ ਨੇ। ਲੇਕਿਨ ਕ੍ਰਿਪਟੋ ਕਰੰਸੀਜ਼ ਜਿਹੜੀਆਂ ਹੈਗੀਆਂ ਉਸਨੂੰ ਇਸੇ ਚੀਜ਼ ਲਈ ਜਾਣਿਆ ਜਾਂਦਾ ਕਿ ਉਸਦੇ ਵਿੱਚ ਟ੍ਰਾਂਜੈਕਸ਼ਨਸ ਜਿਹੜੀਆਂ ਹੁੰਦੀਆਂ ਨੇ ਉਹ ਫੇਲ ਨਹੀਂ ਹੁੰਦੀਆਂ, ਠੀਕ ਹੈ। ਹੁਣ ਕਿਉਂ ਨਹੀਂ ਫੇਲ ਹੁੰਦੀਆਂ, ਠੀਕ ਹੈ, ਦੇਖੋ ਕਿਉਂਕਿ ਕ੍ਰਿਪਟੋ ਕਰੰਸੀਜ਼ ਦੇ ਵਿੱਚ ਪਹਿਲੀ ਗੱਲ ਤਾਂ ਜਿਹੜੇ ਚਾਰਜਿਸ ਹੁੰਦੇ ਹੈ ਉਹ ਬਹੁਤ ਹੀ ਜ਼ਿਆਦਾ ਜਾਂ ਤਾਂ ਲੋ ਹੋਣਗੇ ਜਾਂ ਨੋ ਹੋਣਗੇ, ਮਤਲਬ ਨੋ ਇਨ ਦਾ ਸੈਂਸ ਕਿ ਬਿਲਕੁਲ ਨਹੀਂ ਹੋਣਗੇ, ਠੀਕ ਹੈ।
ਬਾਕੀ ਕੋਈ ਲਿਮਿਟ ਨਹੀਂ ਹੁੰਦੀ ਟ੍ਰਾਂਜੈਕਸ਼ਨ ਕਰਦੇ ਟਾਈਮ ਇਹਦੇ ਵਿੱਚ 24/7 ਐਕਸੈਸ ਹੁੰਦਾ ਹੈ ਤੁਹਾਡੇ ਕੋਲ। ਬਾਕੀ ਕੋਈ ਡਿਲੇ ਵਗੈਰਾ ਵੀ ਨਹੀਂ ਹੁੰਦਾ। ਔਰ ਲਾਈਕ ਅਗਰ ਤੁਸੀਂ ਕੋਈ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਕਰ ਰਹੇ ਹੋ ਤਾਂ ਉਹਦੇ ਲਈ ਯੂ ਡੋਂਟ ਹੈਵ ਟੂ ਪੇ ਐਨੀ ਐਕਸਟਰਾ ਚਾਰਜਿਸ, ਠੀਕ ਹੈ। ਦੈਨ ਕੋਈ ਵੀ ਕ੍ਰਿਪਟੋ ਕਰੰਸੀ ਨੂੰ ਯੂਜ਼ ਕਰ ਸਕਦਾ ਹੈ, ਇਸ ਦੇ ਵਿੱਚ ਕੋਈ ਵੀ ਪੇਪਰ ਵਰਕ ਟਾਈਪ ਪ੍ਰੋਬਲਮ ਨਹੀਂ ਹੁੰਦੀ ਹੈਗੀ। ਜਸਟ ਇੱਕ ਚੀਜ਼ ਤੁਸੀਂ ਕਰਨੀ ਹੈ, ਦੈਟ ਇਜ਼ ਟੂ ਕ੍ਰੀਏਟ ਐਨ ਅਕਾਊਂਟ। ਇੱਕ ਅਕਾਊਂਟ ਕ੍ਰੀਏਟ ਕਰਨਾ ਹੈ, ਠੀਕ ਹੈ। ਔਰ ਤੁਸੀਂ ਕੀ ਕਰ ਸਕਦੇ ਹੋ, ਕ੍ਰਿਪਟੋ ਕਰੰਸੀਜ਼ ਦੀ ਫੋਰਮ ਦੇ ਵਿੱਚ ਜੋ ਹੈ ਉਹ ਸੈਲਿੰਗ ਐਂਡ ਬਾਇੰਗ ਜਿਹੜੀ ਹੈ ਉਹ ਕਰ ਸਕਦੇ ਹੋ, ਠੀਕ ਹੈ। ਸੋ ਇਹ ਅਸੀਂ ਕ੍ਰਿਪਟੋ ਕਰੰਸੀਜ਼ ਬਾਰੇ ਵੇਖਿਆ ਸੀ, ਬਟ ਫਿਰ ਵੀ ਮੈਂ ਤੁਹਾਨੂੰ ਇੱਕ ਬਰੀਫ ਇੰਟਰੋ ਦੇਤੀ ਹੈ। ਬਾਕੀ ਇਸਦੇ ਇਸ ਦੇ ਰਿਗਾਰਡਿੰਗ ਅਸੀਂ ਜਿਹੜੀ ਗੱਲ ਹੈਗੇ ਆ ਉਹ ਕਰ ਚੁੱਕੇ ਹਾਂ ਇਨ ਆਵਰ ਪ੍ਰੀਵੀਅਸ ਵੀਡੀਓਜ਼, ਰਾਈਟ। ਸੋ ਲੈਟਸ ਮੂਵ ਟੂ ਦੀ ਅਨਦਰ ਸਲਾਈਡ। ਸੋ ਸਭ ਤੋਂ ਪਹਿਲਾਂ ਅੱਜ ਅਸੀਂ ਗੱਲ ਕਰਾਂਗੇ ਸਰਫੇਸ ਵੈਬ ਦੇ ਬਾਰੇ ਕਿ ਸਰਫੇਸ ਵੈਬ ਕੀ ਹੁੰਦੀ ਹੈ। ਇਹ ਬਹੁਤ ਹੀ ਦੇਖੋ ਛੋਟੇ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਡਿਸਕਸ ਕਰਨਾ ਹੈ। ਸਾਨੂੰ ਬਿਲਕੁਲ ਹੀ ਡੈਪਥ ਵਿੱਚ ਜਾ ਕੇ ਪੜ੍ਹਨ ਦੀ ਲੋੜ ਨਹੀਂ ਹੈ, ਬਿਕੋਜ਼ ਇਹ ਪ੍ਰੀਲਿਮਸ ਐਗਜ਼ਾਮਸ ਦੇ ਵਿੱਚ ਜਾਂ ਬਾਕੀ ਐਗਜ਼ਾਮਸ ਦੇ ਵਿੱਚ ਸਾਨੂੰ ਟੈਕਨੀਕੈਲਿਟੀਜ਼ ਨਹੀਂ ਪੁੱਛੀਆਂ ਜਾਂਦੀਆਂ, ਸਾਨੂੰ ਬੇਸਿਕ ਚੀਜ਼ਾਂ ਹੀ ਪੁੱਛੀਆਂ ਜਾਂਦੀਆਂ ਨੇ, ਠੀਕ ਹੈ। ਸੋ ਅਸੀਂ ਉਸ ਚੀਜ਼ ਬਾਰੇ ਹੀ ਡਿਸਕਸ ਕਰਾਂਗੇ। ਦੇਖੋ ਸਭ ਤੋਂ ਪਹਿਲਾਂ ਅਸੀਂ ਇੱਥੇ ਰੀਡ ਕਰ ਲੈਂਦੇ ਹਾਂ, ਦੈਨ ਮੈਂ ਤੁਹਾਨੂੰ ਦੱਸਦੀ ਹਾਂ। ਇਹ ਚਲੋ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਫਿਰ ਅਸੀਂ ਰੀਡ ਕਰ ਲਾਂਗੇ। ਦੇਖੋ ਨੋਰਮਲੀ ਜਦੋਂ ਵੀ ਅਸੀਂ ਕੋਈ ਪੇਜ ਵਿਜ਼ਿਟ ਕਰਦੇ ਹਾਂ, ਠੀਕ ਹੈ, ਇੰਟਰਨੈਟ 'ਤੇ ਤੁਸੀਂ ਆਪਣੀ ਡੇਲੀ ਐਕਟੀਵਿਟੀਜ਼ ਲਈ ਇੰਟਰਨੈਟ ਯੂਜ਼ ਕਰਦੇ ਹੋ, ਠੀਕ ਹੈ। ਤਾਂ ਜੋ ਪੇਜਿਸ ਅਸੀਂ ਉੱਥੇ ਵਿਜ਼ਿਟ ਕਰਦੇ ਹਾਂ, ਜੋ ਵੈਬਸਾਈਟ ਅਸੀਂ ਵਿਜ਼ਿਟ ਕਰਦੇ ਹਾਂ, ਉਹ ਜਸਟ ਇੱਕ ਮਾਈਨਰ ਪੋਰਸ਼ਨ ਹੈ ਇੰਟਰਨੈਟ ਦਾ, ਇੱਕ ਛੋਟਾ ਜਿਹਾ ਪੋਰਸ਼ਨ ਹੈ। ਜਿਵੇਂ ਅਗਰ ਮੈਂ ਕਹਾਂ ਤਾਂ 4%, ਅਗਰ ਮੈਂ ਨੰਬਰਿੰਗ ਦੇਣੀ ਹੋਵੇ, ਠੀਕ ਹੈ, ਨੋਰਮਲੀ ਉਹ 4% ਪੋਰਸ਼ਨ ਹੈ ਇੰਟਰਨੈਟ ਦਾ। ਔਰ ਉਸੀ ਪਾਰਟ ਨੂੰ ਅਸੀਂ ਕੀ ਬੋਲਦੇ ਹਾਂ, ਸਰਫੇਸ ਵੈਬ, ਠੀਕ ਹੈ। ਇਸ ਨੂੰ ਇੱਕ ਹੋਰ ਨਾਮ ਨਾਲ ਹੋਰ ਜਾਣਿਆ ਜਾਂਦਾ, ਇਸ ਨੂੰ ਅਸੀਂ ਵਿਜ਼ੀਬਲ ਵੈਬ ਵੀ ਬੋਲਦੇ ਨੇ। ਮਤਲਬ ਇੱਥੇ ਜੋ ਕੰਟੈਂਟ ਹੋਊਗਾ ਨਾ, ਉਹ ਤੁਸੀਂ ਨੋਰਮਲ ਕੋਈ ਵੀ ਸਰਚ ਇੰਜਨ ਯੂਜ਼ ਕਰਕੇ, ਲਾਈਕ ਗੂਗਲ, ਯਾਹੂ, ਬਿੰਗ, ਇਹੋ ਜਿਹੇ ਨੋਰਮਲ ਸਰਚ ਇੰਜਨ ਯੂਜ਼ ਕਰਕੇ ਵੀ ਕਿਆ ਕਰ ਸਕਦੇ ਹੋ, ਐਕਸੈਸ ਕਰ ਸਕਦੇ ਹੋ, ਠੀਕ ਹੈ। ਔਰ ਉਸਦੇ ਉੱਪਰ ਜੋ ਇਹ ਕੰਪਨੀਜ਼ ਵਗੈਰਾ ਹੁੰਦੀਆਂ ਨੇ, ਇਹਨਾਂ ਦਾ ਜਿਨ੍ਹਾਂ ਨੇ ਇਹ ਕ੍ਰੀਏਟ ਕੀਤਾ ਹੈ, ਉਹਨਾਂ ਦਾ ਕੰਟੀਨਿਊਅਸ ਸਰਵੇਲੈਂਸ ਚੱਲਦਾ ਰਹਿੰਦਾ ਹੈ, ਉਹ ਵੇਖਦੀਆਂ ਰਹਿੰਦੀਆਂ ਨੇ ਕੀ ਹੋ ਰਿਹਾ, ਠੀਕ ਹੈ। ਸੋ ਸਰਫੇਸ ਵੈਬ ਜਿਹੜਾ ਹੁੰਦਾ ਹੈ, ਉਸਦੇ ਉੱਪਰ ਉਸਦਾ ਜਿਹੜਾ ਪਾਰਟ ਹੈ ਉਹ ਵਿਜ਼ੀਬਲ ਹੈ ਸਭ ਨੂੰ, ਠੀਕ ਹੈ। ਸੋ ਇੱਥੇ ਜੋ ਵੈਬਸਾਈਟਸ ਨੇ ਉਹ ਕੋਈ ਵੀ ਸਰਚ ਕਰ ਸਕਦਾ ਹੈ ਨੋਰਮਲੀ, ਠੀਕ ਹੈ। ਔਰ 4% ਇਹ ਟੋਟਲ ਜੋ ਔਨਲਾਈਨ ਕੰਟੈਂਟ ਹੋਊਗਾ ਉਸਦਾ 4% ਹੀ ਕੀ ਕਰਦੇ ਨੇ, ਫੋਰਮ ਕਰਦੇ ਨੇ, ਠੀਕ ਹੈ। ਬਟ ਜੋ ਡੀਪ ਵੈਬ ਹੈ, ਡੀਪ ਵੈਬ ਤੁਸੀਂ ਬੋਲ ਸਕਦੇ ਹੋ ਕਿ ਲਾਈਕ ਜਿਵੇਂ ਕਿ ਅਗਰ ਤੁਸੀਂ ਆਈਸਬਰਗ ਦੇਖਿਆ ਹੋਊਗਾ, ਲਾਈਕ ਤੁਸੀਂ ਇਹ ਗਲੇਸ਼ੀਅਰਸ ਵਗੈਰਾ ਦੇ ਨੇੜੇ ਤੇੜੇ ਪਾਇਆ ਜਾਂਦਾ ਹੈ, ਅੰਟਾਰਕਟਿਕਾ ਵਗੈਰਾ 'ਚ ਤੁਸੀਂ ਦੇਖੋਗੇ ਬਹੁਤ ਸਾਰੇ ਆਈਸਬਰਗ, ਇੱਕ ਬਰਫ਼ ਦਾ ਪਹਾੜ ਹੁੰਦਾ ਹੈ ਬਹੁਤ ਵੱਡਾ, ਠੀਕ ਹੈ। ਅਤੇ ਤੁਸੀਂ ਦੇਖਿਆ ਹੋਊਗਾ ਕਿ ਬਰਫ਼ ਦਾ ਪਹਾੜ ਜਿਹੜਾ ਹੁੰਦਾ ਹੈ ਨਾ, ਤੁਹਾਨੂੰ ਲਾਈਕ ਜਿਵੇਂ ਫੋਰ ਐਗਜ਼ਾਮਪਲ ਇਹ ਸੀ ਸਰਫੇਸ ਹੈ, ਠੀਕ ਹੈ, ਇਹ ਸੀ ਸਰਫੇਸ ਹੈ, ਤੁਹਾਨੂੰ ਇੱਕ ਬਹੁਤ ਬੜਾ ਬਰਫ਼ ਦਾ ਕੀ ਹੈ, ਪਹਾੜ ਦਿਖਾਈ ਦਊਗਾ। ਇੱਕ ਸੈਕਿੰਡ ਮੈਂ ਦੂਸਰਾ ਕਲਰ ਯੂਜ਼ ਕਰ ਲੈਂਦੀ ਹਾਂ। ਹਾਂਜੀ, ਮੰਨ ਲਓ ਕਿ ਇਹ ਤੁਹਾਡਾ ਸੀ ਦਾ ਸਰਫੇਸ ਹੈ, ਠੀਕ ਹੈ। ਇਸ ਦੇ ਉੱਪਰ ਤੁਹਾਨੂੰ ਕੀ ਹੈ, ਬਰਫ਼ ਦਾ ਪਹਾੜ ਦਿਖਾਈ ਦੇ ਰਿਹਾ, ਠੀਕ ਹੈ। ਐਕਚੁਅਲ 'ਚ ਜੋ ਤੁਸੀਂ ਉਹ ਪਹਾੜ ਦੇਖਦੇ ਹੋ ਨਾ, ਇਸੇ ਨੂੰ ਹੀ ਅਸੀਂ ਬੋਲਦੇ ਹਾਂ ਸਰਫੇਸ ਵੈਬ। ਮਤਲਬ ਐਕਚੁਅਲ 'ਚ ਇਹ ਪਹਾੜ ਜਿਹੜਾ ਹੈਗਾ, ਇਸ ਦੀ ਲੈਂਥ ਇੰਨੀ ਨਹੀਂ ਹੁੰਦੀ ਹੈਗੀ, ਇਸ ਤੋਂ ਜ਼ਿਆਦਾ ਹੁੰਦੀ ਹੈ। ਇਹ ਤਾਂ ਜਸਟ ਤੁਹਾਨੂੰ ਸਰਫੇਸ ਦੇ ਉੱਪਰ ਕਿੰਨਾ ਪਾਰਟ ਹੈ ਉਹ ਵਿਖਾਈ ਦੇ ਰਿਹਾ, ਔਰ ਉਹ ਟੋਟਲ ਪਾਰਟ ਦਾ ਜਸਟ 3-4% ਹੁੰਦਾ ਹੈ। ਬਹੁਤ ਬੜਾ ਜਿਹੜਾ ਹਿੱਸਾ ਹੈ ਉਹ ਕੀ ਹੁੰਦਾ ਹੈ, ਪਾਣੀ ਦੇ ਨੀਚੇ ਹੁੰਦਾ ਹੈ, ਠੀਕ ਹੈ। ਔਰ ਜਿਹੜਾ ਇਹ ਉੱਪਰ ਦਾ ਵਿਜ਼ੀਬਲ ਪਾਰਟ ਹੈ, ਇਸੇ ਨੂੰ ਅਸੀਂ ਸਰਫੇਸ ਵੈਬ ਕੰਸੀਡਰ ਕਰ ਸਕਦੇ ਹਾਂ, ਠੀਕ ਹੈ। ਕਿਉਂਕਿ ਕਿਸੇ ਵੀ ਦੁਆਰਾ ਕੋਈ ਵੀ ਬੰਦਾ ਇਸ ਨੂੰ ਵੇਖ ਸਕਦਾ ਹੈ, ਕੋਈ ਵੀ ਬੰਦਾ ਨੋਰਮਲ ਸਰਚ ਇੰਜਨਸ ਦੀ ਹੈਲਪ ਨਾਲ ਇੱਥੇ ਇਹ ਵੈਬਸਾਈਟਸ ਦਾ ਐਕਸੈਸ ਪਾ ਸਕਦਾ ਹੈ, ਠੀਕ ਹੈ। ਬਟ ਇਸ ਤੋਂ ਵੀ ਨੀਚੇ ਜੋ ਮੇਜਰ ਪੋਰਸ਼ਨ ਹੁੰਦਾ, 96% ਪੋਰਸ਼ਨ ਹੁੰਦਾ ਹੈ, ਠੀਕ ਹੈ, ਉਹ ਕੀ ਹੁੰਦਾ, ਉਸਨੂੰ ਅਸੀਂ ਬੋਲਦੇ ਹਾਂ ਡੀਪ ਵੈਬ, ਠੀਕ ਹੈ। ਇਸ ਨੂੰ ਅਸੀਂ ਇਨਵਿਜ਼ੀਬਲ ਵੈਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਠੀਕ ਹੈ। ਇਸ ਦਾ ਜਿਹੜਾ ਕੰਟੈਂਟ ਹੁੰਦਾ ਹੈ, ਠੀਕ ਹੈ, ਇਹ ਤੁਸੀਂ ਲਾਈਕ ਕੁਛ ਹੀ ਸਪੈਸੀਫਿਕ ਸਰਚ ਇੰਜਨਸ ਹੁੰਦੇ ਆ ਜਿਨ੍ਹਾਂ ਦੀ ਹੈਲਪ ਨਾਲ ਤੁਸੀਂ ਇਸ ਨੂੰ ਐਕਸੈਸ ਕਰ ਸਕਦੇ ਹੋ, ਠੀਕ ਹੈ। ਔਰ ਇਸ ਨੂੰ ਸਰਵੇਲੈਂਸ ਦੇ ਅੰਡਰ ਰੱਖਣਾ ਕਾਫੀ ਜ਼ਿਆਦਾ ਡਿਫੀਕਲਟ ਹੁੰਦਾ ਹੈ, ਠੀਕ ਹੈ। ਤੋ ਜਿਹੜਾ 96% ਪਾਰਟ ਹੈ ਉਹ ਨੋਰਮਲ ਸਰਚ ਇੰਜਨਸ ਨਾਲ ਤੁਸੀਂ ਨਹੀਂ ਲੱਭ ਸਕਦੇ, ਠੀਕ ਹੈ। ਬਟ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਇਸ ਕੰਟੈਂਟ ਨੂੰ, ਜੋ ਇਸ ਦੇ ਵਿੱਚ ਕੰਟੈਂਟ ਹੁੰਦਾ ਉਸਨੂੰ ਐਕਸੈਸ ਨਹੀਂ ਕਰ ਪਾਓਗੇ। ਜਿਹੜੀ ਵੈਬਸਾਈਟਸ ਨੇ, ਠੀਕ ਹੈ, ਇਹ ਵੈਬਸਾਈਟਸ ਮਤਲਬ ਜੋ ਡੀਪ ਵੈਬ ਦੇ ਵਿੱਚ ਵੈਬਸਾਈਟਸ ਹੁੰਦੀਆਂ ਨੇ, ਉਹ
ਉਸ ਕੰਟੈਂਟ ਨੂੰ ਐਕਸੈਸ ਕਰਨ ਲਈ ਤੁਹਾਡਾ ਰਜਿਸਟ੍ਰੇਸ਼ਨ ਨੰਬਰ, ਲੌਗਇਨ ਨੰਬਰ ਇਹ ਵਗੈਰਾ ਮੰਗਦੀਆਂ ਨੇ। ਸੋ ਇਹ ਕੁਝ ਕਾਮਨ ਐਗਜ਼ਾਮਪਲਸ ਹੈ ਡੀਪ ਵੈਬ ਪੇਜਿਸ ਦੇ ਵਿੱਚ, ਠੀਕ ਹੈ। ਜੋ ਡੀਪ ਵੈਬ ਪੇਜਿਸ ਹੁੰਦੇ ਆ ਨਾ, ਇਹਨਾਂ ਦੇ ਉੱਪਰ ਜੋ ਕੰਟੈਂਟ ਹੁੰਦਾ ਹੈ ਨਾ, ਉਹ ਇੰਟੈਂਸ਼ਨਲੀ ਮਤਲਬ ਜਾਣਬੁੱਝ ਕੇ ਹੀ ਛੁਪਾਇਆ ਗਿਆ ਹੁੰਦਾ ਹੈ, ਠੀਕ ਹੈ, ਤਾਂ ਕਿ ਉਹ ਨੋਰਮਲੀ ਹਰ ਕਿਸੇ ਨੂੰ ਨਹੀਂ ਮਿਲ ਸਕਦਾ, ਠੀਕ ਹੈ। ਉਸ ਦੇ ਲਈ ਕੁਛ ਸਟੈਂਡਰਡ ਵੈਬ ਬਰਾਊਜ਼ਰਸ ਹੀ ਜੋ ਨੇ ਉਹ ਬਣਾਏ ਗਏ ਨੇ, ਠੀਕ ਹੈ। ਅਤੇ ਸਪੈਸ਼ਲ ਵੈਬ ਬਰਾਊਜ਼ਰਸ ਬਣਾਏ ਗਏ ਨੇ, ਨੋਰਮਲ ਵੈਬ ਬਰਾਊਜ਼ਰਸ ਦੇ ਥਰੂ ਉਸਨੂੰ ਤੁਸੀਂ ਨਹੀਂ ਐਕਸੈਸ ਕਰ ਸਕਦੇ, ਠੀਕ ਹੈ। ਹੁਣ ਡੀਪ ਵੈਬ ਦੇ ਵਿੱਚ ਜੇ ਪੇਜਿਸ ਹੁੰਦੇ ਨੇ ਉਹ ਇੰਡੈਕਸਡ ਹੁੰਦੇ ਨੇ, ਠੀਕ ਹੈ। ਕੁਛ ਹੀ ਪੇਜਿਸ ਮਤਲਬ ਡੀਪ ਵੈਬ 'ਚ ਇੱਦਾਂ ਵੀ ਨਹੀਂ ਕਿ ਨੋਰਮਲੀ ਕਿ ਸਾਰੇ ਹੀ ਪੇਜਿਸ ਇਨਐਕਸੈਸੀਬਲ ਨੇ, ਸਭ 'ਚ ਹੀ ਯੂਜ਼ਰ ਨੇਮ ਜਾਂ ਲੌਗਇਨ ਆਈਡੀ ਵਗੈਰਾ ਮੰਗੀ ਜਾਊਗੀ। ਕੁਛ ਕੁ ਪੋਰਸ਼ਨ ਜੋ ਹੁੰਦਾ ਹੈ ਉਹ ਡੀਪ ਵੈਬ ਦਾ ਉਹ ਨੋਰਮਲ ਸਰਚ ਇੰਜਨਸ ਦੇ ਵਿੱਚ ਤੁਹਾਨੂੰ ਮਿਲੂਗਾ, ਬਟ ਜਸਟ ਸਮੋਲ ਪੋਰਸ਼ਨ। ਫੋਰ ਐਗਜ਼ਾਮਪਲ ਮੰਨ ਲਓ ਕਿ ਅਗਰ ਕਿਸੇ ਬੰਦੇ ਨੇ ਵੈਬਸਾਈਟ ਬਣਾਈ ਹੈ, ਵੈਬਸਾਈਟ ਦੇ ਵਿੱਚ ਉਸਨੇ ਕੋਈ ਕੰਟੈਂਟ ਪਾਇਆ, ਠੀਕ ਹੈ। ਕੰਟੈਂਟ ਮੰਨ ਲਓ ਕਿ 4-5 ਪੇਜਿਸ ਦਾ ਹੈ। ਹੁਣ ਉਹ ਚਾਹੁੰਦਾ ਹੈ ਕਿ ਜੋ ਮੇਰੇ 1-2 ਪੇਜ ਹੈ, ਠੀਕ ਹੈ, ਮਤਲਬ ਮੰਨ ਲਓ ਕਿ 1-2 ਪੇਜ ਹੈ ਉਹ ਕਿਸੇ ਨੂੰ ਸ਼ੋਅ ਨਾ ਹੋਵੇ, ਉਹ ਸਿਰਫ ਉਹ ਸਪੈਸ਼ਲ ਬੰਦਿਆਂ ਨੂੰ ਹੀ ਸ਼ੋਅ ਹੋਵੇ ਜਿਨ੍ਹਾਂ ਨੂੰ ਮੈਂ ਜਿਨ੍ਹਾਂ ਨੇ ਉਸਦੇ ਰਿਗਾਰਡਿੰਗ ਮੇਰੇ ਤੋਂ ਜਿਨ੍ਹਾਂ ਨੂੰ ਮੈਂ ਯੂਜ਼ਰ ਨੇਮ ਜਾਂ ਰਜਿਸਟ੍ਰੇਸ਼ਨ ਨੰਬਰ ਵਗੈਰਾ, ਪਾਸਵਰਡ ਵਗੈਰਾ ਲੋਟ ਕੀਤਾ ਹੈ, ਠੀਕ ਹੈ। ਸੋ ਉਹ ਉਸਨੂੰ ਡੀਪ ਵੈਬ ਦੇ ਵਿੱਚ ਪਾ ਦਊਗਾ, ਠੀਕ ਹੈ। ਤਾਂ ਮਤਲਬ ਉਹਦੇ ਲਈ ਅਗਰ ਕਿਸੇ ਨੂੰ ਐਕਸੈਸ ਕਰਨਾ ਹੈ ਨਾ ਕੰਟੈਂਟ, ਤਾਂ ਉਹਦੇ ਲਈ ਉਹਦੇ ਕੋਲ ਰਜਿਸਟ੍ਰੇਸ਼ਨ ਨੰਬਰ ਜਾਂ ਪਾਸਵਰਡ ਜਾਂ ਲੌਗਇਨ ਆਈਡੀ ਵਗੈਰਾ ਹੋਣੀ ਚਾਹੀਦੀ ਹੈ। ਅਦਰਵਾਈਜ਼ ਜੋ ਬਾਕੀ ਪੇਜਿਸ ਆ ਉਸਦੇ ਜੋ ਕਿ ਉਸਨੇ ਲਾਈਕ ਓਪਨਲੀ ਰੱਖੇ ਹੋਏ ਆ ਓਪਨ ਸੋਰਸ ਦੇ ਵਿੱਚ, ਉਹ ਕੋਈ ਵੀ ਐਕਸੈਸ ਕਰ ਸਕਦਾ ਹੈ, ਬਟ ਸਮ ਆਫ ਦਾ ਪੇਜਿਸ ਜੋ ਉਹਨੂੰ ਲੱਗਦੇ ਹੈ ਕਿ ਕੌਨਫੀਡੈਂਸ਼ੀਅਲ ਹੈ, ਠੀਕ ਹੈ, ਇਹ ਮੈਂ ਸਿਰਫ ਕੁਛ ਹੀ ਪਰਟੀਕੂਲਰ ਪਰਸਨਸ ਨੂੰ ਸ਼ੋਅ ਕਰਾਂ, ਉਹ ਉਸਨੂੰ ਡੀਪ ਵੈਬ ਦੇ ਵਿੱਚ ਪਾ ਦਊਗਾ, ਠੀਕ ਹੈ। ਸੋ ਹੋਰ ਵੀ ਬਹੁਤ ਸਾਰੇ ਡੀਪ ਵੈਬ ਦੇ ਕਾਫੀ ਸਾਰੇ ਐਗਜ਼ਾਮਪਲਸ ਤੁਸੀਂ ਦੇ ਸਕਦੇ ਹੋ, ਲਾਈਕ ਡੀਪ ਵੈਬ ਦੇ ਵਿੱਚ ਕੀ ਆ ਜਾਂਦਾ ਹੈ ਕਿ ਤੁਸੀਂ ਵੇਖ ਸਕਦੇ ਹੋ। ਜਸਟ ਅ ਮੋਮੈਂਟ। ਮੈਡੀਕਲ ਰਿਪੋਰਟਸ ਵਗੈਰਾ ਡੀਪ ਵੈਬ ਦੇ ਵਿੱਚ ਆ ਜਾਂਦੀਆਂ ਨੇ, ਠੀਕ ਹੈ। ਕੌਨਫੀਡੈਂਸ਼ੀਅਲ ਪੇਜਿਸ ਜਿਸਦਾ ਤਾਂ ਮੈਂ ਹੁਣੇ ਤੁਹਾਨੂੰ ਐਗਜ਼ਾਮਪਲ ਦਿਆ ਸੀ, ਔਰ ਉਸ ਤੋਂ ਇਲਾਵਾ ਲੀਗਲ ਡਾਕੂਮੈਂਟਸ ਵਗੈਰਾ ਹੋ ਗਏ ਕੁਛ, ਜਾਂ ਗਵਰਨਮੈਂਟ ਦੇ ਜੋ ਕੁਛ ਰਿਪੋਰਟਸ ਵਗੈਰਾ ਹੋ ਗਈਆਂ, ਉਹ ਸਾਰੀਆਂ ਕਿਸ ਦੇ ਵਿੱਚ ਆਉਂਦੀਆਂ ਨੇ, ਡੀਪ ਵੈਬ ਦੇ ਵਿੱਚ ਆਉਂਦੀਆਂ ਨੇ, ਠੀਕ ਹੈ। ਸੋ ਦੈਨ ਅਸੀਂ ਗੱਲ ਕਰਦੇ ਹਾਂ ਡਾਰਕ ਵੈਬ ਦੀ, ਠੀਕ ਹੈ। ਦੇਖੋ ਡਾਰਕ ਵੈਬ ਜਿਹੜਾ ਹੈ ਇਹ ਡੀਪ ਵੈਬ ਦਾ ਹੀ ਕੀ ਹੁੰਦਾ ਹੈ, ਪਾਰਟ ਹੁੰਦਾ ਹੈ, ਠੀਕ ਹੈ। ਮਤਲਬ ਕਿ ਲਾਈਕ ਅਗਰ ਨਾ ਇੱਕ ਸੈਕਿੰਡ, ਹੁਣ ਮੰਨ ਲਓ ਕਿ ਅਗਰ ਇਹ ਸਰਫੇਸ ਹੈ, ਠੀਕ ਹੈ, ਇਹਦੇ ਉੱਪਰ ਤੁਹਾਨੂੰ ਜਿਹੜਾ ਪਹਾੜ ਹੈ ਉਹ ਵਿਖਾਈ ਦੇ ਰਿਹਾ। ਹੁਣ ਮੈਂ ਕਿਹਾ ਸੀ ਇਹ ਕੀ ਹੈ, ਸਰਫੇਸ ਵੈਬ ਹੈ, ਠੀਕ ਹੈ। ਬਰਫ਼ ਦਾ ਪਹਾੜ ਜੋ ਤੁਹਾਨੂੰ ਦਿਖਾਈ ਦੇ ਰਿਹਾ ਦੈਟ ਇਜ਼ ਸਰਫੇਸ ਵੈਬ। ਲੇਕਿਨ ਇਸੇ ਪਾਣੀ ਦੇ ਨੀਚੇ ਜੋ ਮੇਜਰ ਪੋਰਸ਼ਨ ਹੁੰਦਾ ਹੈ ਉਹ ਕੀ ਹੁੰਦਾ ਹੈ, ਡੀਪ ਵੈਬ। ਲੇਕਿਨ ਇਸੀ ਡੀਪ ਵੈਬ ਦਾ ਇੱਕ ਪਾਰਟ ਹੁੰਦਾ ਹੈ, ਇਸੀ ਡੀਪ ਵੈਬ ਦਾ ਇੱਕ ਛੋਟਾ ਜਿਹਾ ਪਾਰਟ ਹੁੰਦਾ ਹੈ ਸਭ ਤੋਂ ਨੀਚੇ, ਬਹੁਤ ਸਾਰੀ ਲੇਅਰਸ ਦੇ ਵੀ ਨੀਚੇ, ਉਸਨੂੰ ਅਸੀਂ ਬੋਲਦੇ ਹਾਂ ਡਾਰਕ ਵੈਬ, ਠੀਕ ਹੈ। ਦੇਖੋ ਡਾਰਕ ਵੈਬ ਜਿਹੜਾ ਹੁੰਦਾ ਹੈ ਉਹ ਇੱਕ ਸੈਕਿੰਡ, ਤੁਸੀਂ ਇੱਕ ਸੈਕਿੰਡ ਰੁਕਿਓ, ਜਸਟ ਅ ਮੋਮੈਂਟ। ਹਾਂਜੀ ਸੌਰੀ, ਉਹ ਮੇਰਾ ਪੈਰ ਸੁੱਕ ਗਿਆ ਸੀਗਾ ਤਾਂ ਕਰਕੇ। ਹਾਂ, ਤੋ ਜੋ ਡਾਰਕ ਵੈਬ ਹੈ ਇਹ ਇੱਕ ਸੀਕਰੇਟ ਨੈਟਵਰਕ ਹੁੰਦਾ ਹੈ ਜੋ ਐਗਜ਼ਿਸਟ ਕਰਦਾ ਹੈ ਅੰਡਰਗਰਾਊਂਡ, ਠੀਕ ਹੈ। ਇਹ ਬਹੁਤ ਸਾਰੀ ਵੈਬਸਾਈਟਸ ਦਾ ਬਣਿਆ ਹੋਇਆ ਹੁੰਦਾ ਹੈ ਜੋ ਕਿ ਜਨਰਲ ਪਬਲਿਕ ਤੋਂ ਕੀ ਹੁੰਦਾ ਹੈ, ਛੁਪਿਆ ਹੋਇਆ ਹੁੰਦਾ ਹੈ, ਠੀਕ ਹੈ। ਉਸਦਾ ਮਤਲਬ ਕਿ ਨੋਰਮਲ ਪੀਪਲ ਜਿਹੜੇ ਹੈਗੇ ਹੈ, ਨੋਰਮਲ ਪੀਪਲ ਨਹੀਂ ਸੌਰੀ, ਮਤਲਬ ਨੋਰਮਲੀ ਲਾਈਕ ਨੋਰਮਲ ਸਰਚ ਇੰਜਨਸ ਜਾਂ ਟ੍ਰੈਡੀਸ਼ਨਲ ਸਰਚ ਇੰਜਨਸ ਯੂਜ਼ ਕਰਕੇ, ਗੂਗਲ ਯਾਹੂ ਵਗੈਰਾ ਯੂਜ਼ ਕਰਕੇ ਤੁਸੀਂ ਇਸ ਨੂੰ ਐਕਸੈਸ ਨਹੀਂ ਕਰ ਸਕਦੇ। ਇਹਦੇ ਲਈ ਕੁਛ ਸਪੈਸੀਫਿਕ ਬਰਾਊਜ਼ਰਸ ਬਣੇ ਹੋਏ ਨੇ, ਲਾਈਕ ਟੋਰ ਬਰਾਊਜ਼ਰਸ, ਠੀਕ ਹੈ। ਹੋਰ ਵੀ ਬਹੁਤ ਨੇ ਬਟ ਇਹ ਸਭ ਤੋਂ ਕਾਮਨ ਹੈ। ਤੋ ਜਿਹੜਾ ਡਾਰਕ ਵੈਬ ਹੁੰਦਾ ਹੈ ਨਾ, ਇਹ ਉਹੀ ਲੋਕ ਯੂਜ਼ ਕਰਦੇ ਨੇ ਜਿਨ੍ਹਾਂ ਨੂੰ ਕੋਈ ਇਲੀਗਲ ਐਕਟੀਵਿਟੀਜ਼ ਕਰਨੀ ਹੈ, ਐਜ਼ ਸੈਲਿੰਗ ਡਰੱਗਸ ਔਰ ਵੈਪਨ। ਜਿਵੇਂ ਕਿ ਦੇਖੋ ਡਾਰਕ ਵੈਬ ਨਾ ਤੁਸੀਂ ਇੱਦਾਂ ਲਗਾ ਲਓ ਕਿ ਕਾਲੇ ਕੰਮਾਂ ਦਾ ਉਹ ਇੱਕ ਮਹਾਸਾਗਰ ਹੈ, ਠੀਕ ਹੈ, ਜਿਸ ਦੇ ਬਾਰੇ ਸਿਰਫ 1% ਦੁਨੀਆ ਹੀ ਜਾਣਦੀ ਹੈ। ਗੂਗਲ ਨੂੰ ਕਿਹਾ ਜਾਂਦਾ ਹੈ ਕਿ ਗੂਗਲ ਅਗਰ ਕੁਛ ਵੀ ਪੁੱਛਣਾ ਹੈ ਤਾਂ ਗੂਗਲ ਸੇ ਪੁੱਛੋ, ਹੈ ਨਾ। ਕੋਈ ਵੀ ਚੀਜ਼ ਬਾਰੇ ਪੁੱਛਣਾ ਹੈ ਗੂਗਲ ਨੂੰ ਜਾ ਕੇ ਪੁੱਛ ਲਓ, ਗੂਗਲ ਨੋਜ਼ ਐਵਰੀਥਿੰਗ। ਬਟ ਗੂਗਲ ਡਾਰਕ ਵੈਬ ਦਾ ਵੀ ਜਸਟ 1% ਜਾਣਦਾ ਹੈ, ਠੀਕ ਹੈ। ਤੋ ਡਾਰਕ ਵੈਬ ਜਿਹੜਾ ਇੰਟਰਨੈਟ ਦਾ ਉਹ ਇੱਕ ਬਾਜ਼ਾਰ ਹੈ, ਕਾਲਾ ਬਾਜ਼ਾਰ ਹੈ, ਜਿੱਥੇ ਬਹੁਤ ਹੀ ਗੰਦੇ ਕੰਮ ਕੀਤੇ ਜਾਂਦੇ ਹੈ, ਲਾਈਕ ਚੋਰੀ, ਸਮਗਲਿੰਗ ਕਰਨੀ, ਡਰੱਗਸ ਵਗੈਰਾ ਦਾ ਲੈਣ ਦੇਣ, ਕਿਡਨੈਪਿੰਗ ਵਗੈਰਾ ਕਰਨੀ, ਠੀਕ ਹੈ, ਕਿਸੇ ਦਾ ਮਰਡਰ ਕਰਨਾ, ਬੋਡੀ ਔਰਗਨਸ ਨੂੰ ਸੈਲ ਕਰਨਾ, ਇਹ ਸਾਰੀਆਂ ਚੀਜ਼ਾਂ ਇੱਥੇ ਬਹੁਤ ਹੀ ਜ਼ਿਆਦਾ ਨੋਰਮਲ ਨੇ। ਇੱਥੇ ਇਵਨ ਹੋਰ ਵੀ ਬਹੁਤ ਸਾਰੇ ਗੰਦੇ ਕੰਮ ਹੁੰਦੇ ਆ ਜੋ ਕਿ
ਬਾਕੀ ਤੁਸੀਂ ਅਗਰ ਵੇਖਣਾ ਹੈ ਸਪੈਸੀਫਿਕਲੀ ਇਹਦੇ ਬਾਰੇ ਤਾਂ ਤੁਸੀਂ ਬਹੁਤ ਸਾਰੀ ਇੰਟਰਨੈਟ 'ਤੇ ਵੀਡੀਓਜ਼ ਵੇਖ ਸਕਦੇ ਹੋ, ਕਾਫੀ ਸਾਰੀ ਵੀਡੀਓਜ਼ ਅਵੇਲੇਬਲ ਨੇ। ਬਟ ਸਾਡੇ ਸਟੱਡੀ ਪੁਆਇੰਟ ਆਫ ਵਿਊ ਤੋਂ ਸਿਲੇਬਸ ਦੇ ਅਕੋਰਡਿੰਗਲੀ ਅਸੀਂ ਸਿਰਫ ਬੇਸਿਕ ਹੀ ਚੀਜ਼ ਪੜ੍ਹਨੀ ਹੈ, ਸੋ ਮੈਂ ਉਹਦੇ ਬਾਰੇ ਹੀ ਦੱਸਾਂਗੀ, ਠੀਕ ਹੈ। ਤਾਂ ਇੱਥੇ ਉਹ ਸਾਰੇ ਕੰਮ ਹੁੰਦੇ ਨੇ, ਠੀਕ ਹੈ। ਤਾਂ ਡਾਰਕ ਵੈਬ ਜਿਹੜਾ ਹੈ ਉਸਨੂੰ ਇਹ ਕੌਣ ਯੂਜ਼ ਕਰਦਾ? ਦੇਖੋ ਫਿਰ ਅਗਰ ਨੋਰਮਲ ਪੀਪਲ ਜਿਹੜੇ ਹੈਗੇ ਹੈ ਉਹ ਨਹੀਂ ਯੂਜ਼ ਕਰਦੇ ਤਾਂ ਕੌਣ ਯੂਜ਼ ਕਰੂਗਾ? ਓਬਵੀਅਸ ਹੈ ਗੰਦੇ ਕੰਮ ਹੈ ਤਾਂ ਗੰਦੇ ਲੋਕਾਂ ਦੁਆਰਾ ਹੀ ਯੂਜ਼ ਕੀਤੇ ਜਾਣਗੇ। ਤਾਂ ਡਾਰਕ ਵੈਬ ਦਾ ਯੂਜ਼ ਹੈਕਰਸ ਹੋ ਗਏ, ਸਮਗਲਰਸ ਹੋ ਗਏ, ਮਰਡਰ ਕਰਨ ਵਾਲੇ ਮਰਡਰਰਸ ਹੋ ਗਏ, ਠੀਕ ਹੈ, ਉਹ ਜਾਂ ਚੀਟਰਸ ਵਗੈਰਾ ਹੋ ਗਏ, ਠੀਕ ਹੈ, ਇਹ ਕਰਦੇ ਨੇ ਇਹਨਾਂ ਡਾਰਕ ਵੈਬਸ ਦਾ ਯੂਜ਼, ਠੀਕ ਹੈ। ਔਰ ਇਸ ਦੇ ਬਦਲੇ 'ਚ ਉਹ ਕਿਆ ਕਰਦੇ ਨੇ? ਬਿਟਕੋਇਨਸ ਲੈਂਦੇ ਨੇ, ਠੀਕ ਹੈ। ਦੈਟ ਇਜ਼ ਵਾਈ ਗਵਰਨਮੈਂਟ ਔਰ ਗੂਗਲ ਵਗੈਰਾ ਜਿਹੜੇ ਹੈ ਉਹ ਪਰਮਿਟ ਨਹੀਂ ਕਰਦੇ ਡਾਰਕ ਵੈਬ ਦੀ ਐਕਸੈਸ ਦਾ, ਕਿ ਅਸੀਂ ਡਾਰਕ ਵੈਬ 'ਤੇ ਜਾਈਏ। ਔਰ ਤੁਸੀਂ ਗਲਤੀ ਨਾਲ ਡਾਰਕ ਵੈਬ 'ਤੇ ਚਲੇ ਵੀ ਨਾ ਜਾਇਓ। ਈਵਨ ਤੁਸੀਂ ਅਗਰ ਅਨਨੋਇੰਗਲੀ ਵੀ ਜਾਂਦੇ ਹੋ, ਅਨਇੰਟੈਂਸ਼ਨਲੀ ਵੀ ਜਾਂਦੇ ਹੋ ਨਾ ਉੱਥੇ, ਤਾਂ ਤੁਹਾਡਾ ਡਿਵਾਈਸ ਬਹੁਤ ਹੀ ਈਜ਼ੀਲੀ ਹੈਕ ਹੋ ਸਕਦਾ, ਠੀਕ ਹੈ। ਸਾਡੀ ਡਿਟੇਲਸ ਲੀਕ ਕੀਤੀਆਂ ਜਾ ਸਕਦੀਆਂ ਨੇ। ਡਿਵਾਈਸ ਜਿਹੜਾ ਹੈਗਾ ਉਹ ਹੈਕਰਸ ਦੇ ਕੰਟਰੋਲ ਦੇ ਵਿੱਚ ਹੋਊਗਾ, ਠੀਕ ਹੈ। ਔਰ ਉਸਨੂੰ ਉਹ ਕਾਫੀ ਰੋਂਗ ਥਿੰਗਸ ਕਰਨ ਲਈ ਯੂਜ਼ ਕਰ ਸਕਦੇ ਨੇ। ਐਂਡ ਲਾਈਕ ਮੰਨ ਲਓ ਕਿ ਤੁਹਾਡਾ ਡਿਵਾਈਸ ਹੈਕ ਹੋ ਗਿਆ ਔਰ ਉਸਨੂੰ ਯੂਜ਼ ਕੀਤਾ ਜਾ ਰਿਹਾ ਗਲਤ ਕੰਮਾਂ ਲਈ, ਅਤੇ ਲੋਕੇਸ਼ਨ ਤਾਂ ਤੁਹਾਡੀ ਹੀ ਆਊਗੀ ਨਾ, ਤੁਹਾਡੇ ਕੋਲ ਹੈ, ਤੁਹਾਨੂੰ ਖੁਦ ਨੂੰ ਹੀ ਨਹੀਂ ਪਤਾ ਕਿ ਤੁਹਾਡਾ ਡਿਵਾਈਸ ਜਿਹੜਾ ਹੈ ਗਲਤ ਕੰਮਾਂ ਲਈ ਯੂਜ਼ ਕਰਿਆ ਜਾ ਰਿਹਾ। ਸੋ ਪੁਲਿਸ ਤਾਂ ਤੁਹਾਡੇ ਕੋਲ ਹੀ ਆਊਗੀ ਨਾ। ਸੋ ਇਹ ਚੀਜ਼ ਜਿਹੜੀ ਹੈਗੀ ਹੈ ਇਸ ਦੇ ਵਿੱਚ ਵੇਖੀ ਜਾਂਦੀ ਹੈ, ਠੀਕ ਹੈ। ਬਾਕੀ ਇਹ ਸਿਰਫ ਇੰਨਾ ਹੀ ਸੀ ਡਾਰਕ ਵੈਬ ਬਾਰੇ, ਠੀਕ ਹੈ, ਜੋ ਕਿ ਅਸੀਂ ਪੜ੍ਹਨਾ ਸੀਗਾ। ਦੈਨ ਅਸੀਂ ਗੱਲ ਕਰਦੇ ਹਾਂ ਨੋਨ ਫੰਜੀਬਲ ਟੋਕਨਸ ਦੇ ਬਾਰੇ। ਨੋਨ ਫੰਜੀਬਲ ਟੋਕਨਸ ਕਿਆ ਹੁੰਦੇ ਨੇ? ਦੇਖੋ ਇੱਥੇ ਤਾਂ ਮੈਂ ਸਿਰਫ 2 ਲਾਈਨਸ ਲਿਖੀਆਂ ਨੇ, ਬਟ ਡੋਂਟ ਵਰੀ, ਅਸੀਂ ਇਸਨੂੰ ਬਹੁਤ ਡਿਟੇਲ ਦੇ ਵਿੱਚ ਪੜ੍ਹਾਂਗੇ। ਦੇਖੋ ਮੈਂ ਜ਼ਿਆਦਾ ਲਾਈਨਸ ਤਾਂ ਕਰਕੇ ਨਹੀਂ ਐਡ ਕੀਤੀਆਂ ਬਿਕੋਜ਼ ਇੰਟਰਨੈਟ 'ਤੇ ਬਹੁਤ ਜ਼ਿਆਦਾ ਮਟੀਰੀਅਲ ਹੈ। ਤੁਸੀਂ ਕੁਛ ਵੀ ਦੇਖ ਸਕਦੇ ਹੋ ਜੋ ਤੁਹਾਨੂੰ ਲੱਗਦਾ ਹੈ ਕਿ ਹਾਂ ਮੈਨੂੰ ਇਹ ਲਾਈਨਸ ਲਿਖਣ ਦੇ ਵਿੱਚ ਜੋ ਹੈ ਉਹ ਕੋਈ ਦਿੱਕਤ ਨਹੀਂ ਹੋਊਗੀ। ਈਵਨ ਮੈਂ ਤਾਂ ਕਹਿੰਦੀ ਹਾਂ ਨੈੱਟ 'ਤੇ ਵੀ ਨਾ ਦੇਖੋ, ਅਗਰ ਚੀਜ਼ ਸਮਝ ਆ ਗਈ ਤਾਂ ਕੋਸ਼ਿਸ਼ ਕਰੋ ਕਿ ਮੈਂ ਖੁਦ ਆਪਣਾ ਆਨਸਰ ਫਰੇਮ ਕਰਾਂ, ਠੀਕ ਹੈ। ਤੋ ਮੈਂ ਤੁਹਾਨੂੰ ਪੂਰਾ ਕੰਸੈਪਟ ਦੱਸ ਦੇਵਾਂਗੀ, ਦੈਨ ਇਟਸ ਆਲ ਅਪ ਟੂ ਯੂ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਨੈੱਟ ਤੋਂ ਵੇਖ ਕੇ ਐਜ਼ ਇਟ ਇਜ਼ ਸਕ੍ਰੈਮਿੰਗ ਕਰਨਾ ਚਾਹੁੰਦੇ ਹੋ ਜਾਂ ਖੁਦ ਤੋਂ ਹੀ ਮਤਲਬ ਕਿ ਆਪਣਾ ਆਨਸਰ ਫਰੇਮ ਕਰਨਾ ਚਾਹੁੰਦੇ ਹੋ, ਠੀਕ ਹੈ। ਸੋ ਐਨੀਥਿੰਗ ਦੈਟ ਕੈਨ ਬੀ ਕਨਵਰਟਿਡ ਇਨਟੂ ਡਿਜੀਟਲ ਫਾਰਮ, ਕੋਈ ਵੀ ਐਸੀ ਚੀਜ਼ ਜਿਸ ਨੂੰ ਤੁਸੀਂ ਡਿਜੀਟਲ ਫਾਰਮ 'ਚ ਕਨਵਰਟ ਕਰ ਸਕੋ ਉਸਨੂੰ ਅਸੀਂ NFT ਬੋਲ ਦੂੰਗੇ। ਫੋਰ ਐਗਜ਼ਾਮਪਲ ਡਰਾਇੰਗ, ਫੋਟੋਜ਼, ਵੀਡੀਓਜ਼, ਟਵੀਟ, ਮਿਊਜ਼ਿਕ, ਸੈਲਫੀਜ਼, ਦੇ ਆਲ ਕੈਨ ਬੀ ਟਰਨਡ ਇਨਟੂ ਐਨ NFT। ਔਰ ਇਸਨੂੰ ਫਿਰ ਤੁਸੀਂ ਔਨਲਾਈਨ ਇਹਦਾ ਟ੍ਰੇਡ ਕਰ ਸਕਦੇ ਹੋ, ਕਿਆ ਯੂਜ਼ ਕਰਕੇ? ਕ੍ਰਿਪਟੋ ਕਰੰਸੀ ਦਾ ਯੂਜ਼ ਕਰਕੇ। ਦੇਖੋ ਕੀ ਹੁੰਦਾ ਹੈ, ਹੁਣ ਮੰਨ ਲਓ ਕਿ ਤੁਸੀਂ ਫੋਰ ਐਗਜ਼ਾਮਪਲ ਔਨਲਾਈਨ ਦੇਖੋ ਹੁਣ ਕੀ ਹੁੰਦਾ, ਤੁਸੀਂ ਮੰਨ ਲਓ ਕਿ ਲਾਈਕ ਤੁਸੀਂ ਬਹੁਤ ਸਾਰੀ ਪੇਂਟਿੰਗਸ ਬਣਾਈਆਂ, ਠੀਕ ਹੈ, ਔਰ ਤੁਸੀਂ ਉਸਦਾ ਐਗਜ਼ੀਬਿਸ਼ਨ ਲਗਾਉਣਾ ਚਾਹੁੰਦੇ ਹੋ ਔਨਲਾਈਨ, ਅਤੇ ਉਸ ਲਈ ਮਤਲਬ ਪੇਂਟਿੰਗਸ ਜਿਹੜੀਆਂ ਤੁਸੀਂ ਬਣਾਈਆਂ ਨੇ ਉਹ ਡਿਜੀਟਲ ਆਰਟ ਵਰਕਸ ਨੇ, ਡਿਜੀਟਲ ਫਾਰਮ 'ਚ ਬਣਾਈਆਂ ਨੇ, ਔਰ ਉਹਨਾਂ ਦਾ ਤੁਸੀਂ ਐਗਜ਼ੀਬਿਸ਼ਨ ਕਰਨਾ ਚਾਹੁੰਦੇ ਹੋ ਔਨਲਾਈਨ। ਤਾਂ ਹੁਣ ਅਗਰ ਐਗਜ਼ੀਬਿਸ਼ਨ ਔਨਲਾਈਨ ਹੋਊਗਾ ਤਾਂ ਪਰਸਨ ਜਿਹੜਾ ਹੈ ਉਹ ਇਸ ਡਾਇਲੈਮਾ ਦੇ ਵਿੱਚ ਫਸ ਸਕਦਾ ਕਿ ਹਾਂ ਕਿ ਮੇਰੀ ਪੇਂਟਿੰਗਸ ਸਿਕਿਉਰ ਰਹੂੰਗੀਆਂ ਨਹੀਂ ਰਹੂੰਗੀਆਂ, ਜਾਂ ਕੋਈ ਉਸਨੂੰ ਈਜ਼ੀਲੀ ਫੋਰਜ ਨਾ ਕਰ ਲੇ ਜਾਂ ਰੈਪਲੀਕੇਟ ਨਾ ਕਰ ਲੇ, ਉਹਨਾਂ ਦੀ ਕਾਪੀ ਨਾ ਬਣਾ ਲੇ, ਠੀਕ ਹੈ। ਸੋ ਇਹ ਪ੍ਰੋਬਲਮਸ ਜਿਹੜੀਆਂ ਨੇ ਸਾਨੂੰ ਔਨਲਾਈਨ ਫੇਸ ਕਰਨੀਆਂ ਪੈ ਸਕਦੀਆਂ ਨੇ। ਸੋ ਇਸ ਚੀਜ਼ ਲਈ ਹੀ NFT ਪਿਕਚਰ ਦੇ ਵਿੱਚ ਆ ਜਾਂਦਾ। ਦੇਖੋ ਪਰਸਨ ਜਿਹੜਾ ਹੈਗਾ ਉਹ ਕੀ ਕਰ ਸਕਦਾ ਹੈ, ਇਨ ਸਾਰੀ ਜਿਹੜੀ ਇਹ ਪੇਂਟਿੰਗਸ ਹੁੰਦੀਆਂ ਨੇ ਇਹਨਾਂ ਦਾ NFT ਉਹ ਕੀ ਕਰ ਸਕਦਾ? ਬਾਏ ਕਰ ਸਕਦਾ, ਕਿਉਂਕਿ NFT ਜਿਹੜੇ ਹੁੰਦੇ ਨੇ ਉਹ ਕਾਫੀ ਟਰਸਟ ਵਰਦੀ ਹੁੰਦੇ ਨੇ, ਈਜ਼ੀਲੀ ਟਰਾਂਸਫਰੇਬਲ ਵੀ ਹੁੰਦੇ ਨੇ, ਔਰ ਓਨਰਸ਼ਿਪ ਵੀ ਜਿਹੜੀ ਹੈ ਆਰਟ ਵਰਕ ਦੀ ਉਹ ਕਿਆ ਰਹਿੰਦੀ ਹੈ? ਮੇਨਟੇਨ ਰਹਿੰਦੀ ਹੈ, ਠੀਕ ਹੈ। NFT ਨਾ ਤੁਹਾਡੀ ਜਿਹੜੀ ਡਿਜੀਟਲ ਐਸੈਟ ਹੋਊਗੀ ਇਸਨੂੰ ਲਾਈਕ ਇੱਕ ਯੂਨੀਕ ਡਿਜੀਟਲ ਸਿਗਨੇਚਰ ਦੇ ਵਿੱਚ ਕੀ ਕਰ ਦੇਣਗੇ? ਕਨਵਰਟ ਕਰ ਦੇਣਗੇ, ਠੀਕ ਹੈ। ਸੋ ਹੁਣ ਦੇਖੋ ਜਿਵੇਂ ਕਿ ਮੈਂ ਇੱਕ ਐਗਜ਼ਾਮਪਲ ਦਿੰਦੀ ਹਾਂ, ਸਭ ਤੋਂ ਪਹਿਲਾਂ ਅਸੀਂ ਇਸ ਵਰਡ ਨੂੰ ਹੀ ਤੋੜਦੇ ਹਾਂ, ਠੀਕ ਹੈ। ਆਹ ਦੇਖੋ ਇਹ ਕੀ ਹੈ? ਨੋਨ ਫੰਜੀਬਲ ਟੋਕਨ। ਹੁਣ ਨੋਨ ਫੰਜੀਬਲ ਦਾ ਮਤਲਬ ਪਹਿਲਾਂ ਕੀ ਹੁੰਦਾ? ਦੇਖੋ ਨੋਨ ਫੰਜੀਬਲ ਦਾ ਮਤਲਬ ਹੁੰਦਾ ਹੈ ਕਿ ਨੋਨ ਰਿਪਲੇਸੇਬਲ, ਔਰ ਕੋਈ ਐਸੀ ਚੀਜ਼ ਜਦੋਂ ਤੁਸੀਂ ਐਕਸਚੇਂਜ ਨਹੀਂ ਕਰ ਸਕਦੇ, ਠੀਕ ਹੈ। ਤੁਹਾਡੀ ਲਾਈਫ 'ਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਠੀਕ ਹੈ, ਤੁਸੀਂ ਜਿਸ ਨੂੰ ਕਿਸੇ ਵੀ ਸਿਮਿਲਰ ਚੀਜ਼ ਲਈ ਰਿਪਲੇਸ ਨਹੀਂ ਕਰ ਸਕਦੇ, ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਹਾਂ ਉਸ ਚੀਜ਼ ਦੇ ਵਿੱਚ, ਮੇਰੀ ਚੀਜ਼ ਦੇ ਵਿੱਚ ਕੁਛ ਯੂਨੀਕ ਹੈ। ਜਿਵੇਂ ਮੈਂ ਇੱਕ ਐਗਜ਼ਾਮਪਲ ਦਿੰਦੀ ਹਾਂ, ਮੰਨ ਲਓ ਕਿ ਤੁਹਾਡੇ ਕੋਲ 1000 ਦਾ ਨੋਟ ਹੈ, ਠੀਕ ਹੈ, ਤਾਂ ਤੁਸੀਂ ਉਸਨੂੰ ਐਕਸਚੇਂਜ ਕਰ ਸਕਦੇ ਹੋ ਕਿਸ ਦੇ ਬਦਲੇ, ਅਗਰ ਤੁਹਾਨੂੰ ਕੋਈ 500 ਦੇ ਨੋਟ ਦੇਵੇ, ਕਿਉਂਕਿ ਦੇਖੋ ਅਗਰ ਤੁਹਾਡੇ ਕੋਲ 1000 ਦਾ ਨੋਟ ਹੈ
ਔਰ ਉਹਦੇ ਬਦਲੇ ਕੋਈ ਤੁਹਾਨੂੰ 500 ਦੇ ਨੋਟ ਦੇ ਦੇਵੇ, ਠੀਕ ਹੈ, ਉਹ ਐਕਸਚੇਂਜ ਕਰ ਦੋਗੇ ਕਿ ਨਹੀਂ ਕਰ ਦੋਗੇ? ਉਸ ਨਾਲ ਕਰ ਲੋਗੇ, ਕਿਉਂਕਿ ਵੈਲਿਊ ਤਾਂ ਕੀ ਹੈ, ਸੇਮ ਹੀ ਹੈ ਨਾ, ਠੀਕ ਹੈ। ਉਹ ਜਸਟ ਤੁਹਾਨੂੰ ਅਲੱਗ-ਅਲੱਗ ਡਿਨੋਮੀਨੇਸ਼ਨ ਦੇ ਵਿੱਚ ਮਿਲ ਗਿਆ, ਠੀਕ ਹੈ, ਬਟ ਵੈਲਿਊ ਕੀ ਬਣਾ ਰਹੇ ਆ, ਦੋਨੋਂ ਸੇਮ ਬਣਾ ਰਹੇ ਆ। ਇਹ ਵੀ 1000 ਰੁਪੀਜ਼ ਹੈ, ਉਹ ਵੀ 1000 ਰੁਪੀਜ਼ ਹੈ, ਠੀਕ ਹੈ। ਸੋ ਇਹ ਜਿਹੜੀ ਹੈਗੀ ਹੈ, ਸਾਡੇ ਕੋਲ ਕੀ ਹੁੰਦਾ ਹੈ ਕਿ ਸੇਮ ਵੈਲਿਊ ਦੀ ਸਾਡੇ ਕੋਲ ਦੂਸਰੀ ਚੀਜ਼ ਆ ਗਈ, ਠੀਕ ਹੈ। ਸੋ ਇੱਥੇ 1000 ਰੁਪੀਜ਼ ਕੀ ਹੋ ਗਏ, ਫੰਜੀਬਲ ਹੋ ਗਏ, ਠੀਕ ਹੈ, ਹੋ ਗਏ ਨਾ। ਇੱਦਾਂ ਹੀ ਮੰਨ ਲਓ ਕਿ 2000 ਦਾ ਨੋਟ ਹੈ, ਉਸਨੂੰ ਤੁਸੀਂ 400-500 ਦੇ ਨੋਟ ਦੇ ਬਦਲੇ ਵੀ ਐਕਸਚੇਂਜ ਕਰ ਸਕਦੇ ਹੋ। ਸੋ 2000 ਦਾ ਨੋਟ ਕੀ ਹੋਇਆ, ਫੰਜੀਬਲ ਹੋਇਆ, ਠੀਕ ਹੈ। ਬਟ ਉਸ ਦੀ ਜਗ੍ਹਾ ਹੀ ਅਗਰ ਮੰਨ ਲਓ ਮੋਨਾਲੀਸਾ ਦੀ ਪੇਂਟਿੰਗ ਲੈ ਲਓ, ਠੀਕ ਹੈ, ਕਾਫੀ ਫੇਮਸ ਪੇਂਟਿੰਗ ਹੈ, ਜਾਂ ਤੁਸੀਂ ਆਪਣਾ ਲਾਈਕ ਆਪਣੀ ਕੋਈ ਵੀ ਚੀਜ਼ ਲੈ ਸਕਦੇ ਹੋ। ਅਸੀਂ ਮੋਨਾਲੀਸਾ ਦੀ ਪੇਂਟਿੰਗ ਲੈ ਲੈਂਦੇ ਹੈ, ਠੀਕ ਹੈ। ਹੁਣ ਮੋਨਾਲੀਸਾ ਦੀ ਪੇਂਟਿੰਗ ਜਿਹੜੀ ਹੈ ਉਹ ਯੂਨੀਕ ਹੈ, ਠੀਕ ਹੈ। ਉਸਦੀ ਹਾਂ ਮੰਨਿਆ ਕਿ ਕਿਸੇ ਨੇ ਕਾਪੀਜ਼ ਵਗੈਰਾ ਬਹੁਤ ਬਣਾਈਆਂ ਹੋਣਗੀਆਂ, ਬਟ ਓਰੀਜਨਲੀ ਐਟ ਫਸਟ ਟਾਈਮ ਤਾਂ ਕਿਸੇ ਨਾ ਕਿਸੇ ਨੇ ਬਣਾਈ ਹੋਊਗੀ ਨਾ, ਉਹ ਮਤਲਬ ਪਹਿਲੀ ਵਾਰ ਜਦੋਂ ਉਹ ਚੀਜ਼ ਬਣੀ ਹੈ, ਉਹ ਕਿਸੇ ਦੁਨੀਆ 'ਚ ਕਿਤੇ ਵੀ ਨਹੀਂ ਸੀ, ਫਸਟ ਟਾਈਮ ਜਿਹੜੀ ਉਹ ਚੀਜ਼ ਬਣੀ ਹੈ, ਠੀਕ ਹੈ। ਤਾਂ ਮੋਨਾਲੀਸਾ ਦੀ ਪੇਂਟਿੰਗ ਜਿਹੜੀ ਉਹ ਫਸਟ ਟਾਈਮ ਕਿਸੇ ਨੂੰ ਬਣਾਈ ਹੋਊਗੀ, ਉਹ ਆਪਣੇ ਆਪ 'ਚ ਯੂਨੀਕ ਹੋਊਗੀ, ਠੀਕ ਹੈ। ਤਾਂ ਮੰਨ ਲਓ ਕਿ ਉਹ ਮਿਊਜ਼ੀਅਮ ਦੇ ਵਿੱਚ ਪਈ ਹੈ, ਠੀਕ ਹੈ। ਹੁਣ ਮਿਊਜ਼ੀਅਮ ਦੇ ਵਿੱਚ ਪਈ ਹੈ, ਉਹ ਇੱਕ ਓਰੀਜਨਲ ਪਿਕਚਰ ਹੈ। ਹੁਣ ਮਿਊਜ਼ੀਅਮ ਵਾਲੇ ਇਹ ਤਾਂ ਨਹੀਂ ਕਿ ਕਿਸੇ ਨੂੰ ਕਹਿ ਦੇਣਗੇ ਕਿ ਹਾਂ ਤੁਸੀਂ ਇਸ ਮੋਨਾਲੀਸਾ ਪੇਂਟਿੰਗ ਦੇ ਬਦਲੇ ਦੂਜੀ ਕੋਈ ਮੋਨਾਲੀਸਾ ਦੀ ਪੇਂਟਿੰਗ ਦੇ ਦਿਓ, ਠੀਕ ਹੈ। ਜਸਟ ਬਿਕੋਜ਼ ਦੂਜੀ ਮੋਨਾਲੀਸਾ ਦੀ ਪੇਂਟਿੰਗ ਜਿਹੜੀ ਹੈਗੀ ਉਹ ਜ਼ਿਆਦਾ ਸੋਹਣੀ ਹੈ, ਇਹ ਵਾਲੀ ਓਰੀਜਨਲ ਪੇਂਟਿੰਗ ਖਰਾਬ ਹੋ ਗਈ, ਪੁਰਾਣੀ ਹੋ ਗਈ। ਈਵਨ ਚਾਹੇ ਖਰਾਬ ਹੋ ਗਈ, ਪੁਰਾਣੀ ਹੋ ਗਈ, ਲੇਕਿਨ ਗੱਲ ਇਹ ਮੈਟਰ ਕਰਦੀ ਹੈ ਕਿ ਇਹ ਓਰੀਜਨਲ ਹੈ, ਸਭ ਤੋਂ ਪੁਰਾਣੀ ਹੈ, ਜੋ ਸਭ ਤੋਂ ਪਹਿਲੀ ਵਾਰ ਬਣਾਈ ਗਈ ਸੀ, ਠੀਕ ਹੈ। ਤਾਂ ਉਹਨੂੰ ਤੁਸੀਂ ਰਿਪਲੇਸ ਨਹੀਂ ਕਰ ਸਕਦੇ। ਤਾਂ ਦੈਟ ਮੋਨਾਲੀਸਾ ਪੇਂਟਿੰਗ ਇਜ਼ ਅ ਨੋਨ ਫੰਜੀਬਲ ਆਈਟਮ, ਠੀਕ ਹੈ। ਇਸ ਦੀ ਆਪਣੇ ਆਪ 'ਚ ਵੈਲਿਊ ਹੁੰਦੀ ਹੈ। ਫੋਰ ਐਗਜ਼ਾਮਪਲ ਹੁਣ ਮੰਨ ਲਓ ਕਿ ਤੁਹਾਡੇ ਕੋਲ ਬਹੁਤ ਸਾਰੀ ਵਾਚਿਸ ਨੇ, ਠੀਕ ਹੈ। ਤੁਸੀਂ ਵਾਚ ਰੱਖਣ ਦਾ ਸ਼ੌਂਕ ਰੱਖਦੇ ਹੋ, ਅਤੇ ਤੁਹਾਡੇ ਕੋਲ ਬਹੁਤ ਸਾਰੀ ਵਾਚਿਸ ਨੇ, ਅਤੇ ਤੁਹਾਡਾ ਇੱਕ ਫਰੈਂਡ ਹੈ, ਉਹਦੇ ਕੋਲ ਵੀ ਬਹੁਤ ਸਾਰੀ ਵਾਚਿਸ ਨੇ। ਉਹਨੇ ਕਿਹਾ ਕਿ ਤੂੰ ਆਪਣੀ ਵਾਚਿਸ ਮੇਰੇ ਨਾਲ ਐਕਸਚੇਂਜ ਕਰ ਲੈ। ਚਲੋ ਮੰਨ ਲਓ ਤੁਸੀਂ ਕਰ ਵੀ ਲਈਆਂ, ਬਟ ਉਹਨਾਂ 'ਚ ਇੱਕ ਵਾਚ ਐਸੀ ਸੀ ਤੁਹਾਡੇ ਕੋਲ ਜੋ ਕਿ ਤੁਹਾਡੇ ਪੇਰੈਂਟ ਨੇ ਤੁਹਾਨੂੰ ਦਈ ਹੋਊਗੀ, ਉਹ ਤਾਂ ਆਖਰੀ ਨਿਸ਼ਾਨੀ ਹੋ ਸਕਦੀ ਹੈ ਉਹਨਾਂ ਦੀ, ਠੀਕ ਹੈ। ਤਾਂ ਉਹ ਆਈਟਮ ਤੁਹਾਡੇ ਲਈ ਕਿਆ ਹੋਊਗੀ, ਨੋਨ ਫੰਜੀਬਲ। ਮਤਲਬ ਅਗਰ ਤੁਹਾਡਾ ਫਰੈਂਡ ਉਸੀ ਮਤਲਬ ਜਿੰਨੇ ਦੀ ਉਹ ਵਾਚ ਹੈ, ਉਸੀ ਵੈਲਿਊ ਦੇ ਵਿੱਚ ਤੁਹਾਨੂੰ ਕੋਈ ਦੂਸਰੀ ਵਾਚ ਦੇ ਦੇਵੇ, ਤੁਸੀਂ ਨਹੀਂ ਲਓਗੇ, ਬਿਕੋਜ਼ ਉਹ ਤੁਹਾਡੇ ਲਈ ਆਪਣੇ ਆਪ 'ਚ ਇੱਕ ਯੂਨੀਕ ਵਾਚ ਹੈ, ਇਰਰਿਪਲੇਸੇਬਲ ਹੈ, ਨੋਨ ਫੰਜੀਬਲ ਹੈ, ਠੀਕ ਹੈ। ਸੋ ਨੋਨ ਫੰਜੀਬਲ ਮੀਨਸ ਯੂਨੀਕ, ਔਰ ਯੂਨੀਕ ਚੀਜ਼ ਹੋਵੇ ਔਰ ਇੱਕ ਨੋਨ ਰਿਪਲੇਸੇਬਲ ਹੋਵੇ, ਠੀਕ ਹੈ। ਹੁਣ ਗੱਲ ਕਰਦੇ ਹਾਂ ਟੋਕਨ ਦੇ ਬਾਰੇ, ਠੀਕ ਹੈ। ਟੋਕਨ ਕੀ ਹੁੰਦਾ ਹੈ, ਦੇਖੋ ਜਦੋਂ ਵੀ ਤੁਸੀਂ ਬਾਇੰਗ ਜਾਂ ਸੈਲਿੰਗ ਕਰਦੇ ਹੋ ਤਾਂ ਅਸੀਂ ਕੀ ਕਰਦੇ ਹਾਂ, ਰਜਿਸਟਰੀ ਵਗੈਰਾ ਕਰਵਾਉਂਦੇ ਹਾਂ, ਠੀਕ ਹੈ। ਇਨ ਵਿੱਚ ਸਾਡੀ ਸਾਰੀ ਇਨਫੋ ਜਿਹੜੀ ਹੈ ਹੁੰਦੀ ਹੈ। ਫੋਰ ਐਗਜ਼ਾਮਪਲ ਅਸੀਂ ਕਾਰ ਲੈ ਰਹੇ ਹਾਂ, ਅਸੀਂ ਘਰ ਲੈ ਰਹੇ ਹਾਂ, ਤੁਸੀਂ ਪਤਾ ਹੈ ਨਾ ਉਹਦੇ ਡਾਕੂਮੈਂਟਸ ਵਗੈਰਾ ਬਣਦੇ ਨੇ, ਠੀਕ ਹੈ। ਸਾਨੂੰ ਸਾਰੀ ਇਨਫੋਰਮੇਸ਼ਨ ਦੇਣੀ ਪੈਂਦੀ ਹੈ, ਅਤੇ ਉਹ ਜੋ ਫਿਰ ਉਸਨੂੰ ਤਿਆਰ ਕਰਕੇ, ਸਾਰੀ ਇਨਫੋਰਮੇਸ਼ਨ ਨੂੰ ਤਿਆਰ ਕਰਕੇ ਇੱਕ ਐਗਰੀਮੈਂਟ ਤਿਆਰ ਹੁੰਦਾ ਹੈ, ਠੀਕ ਹੈ। ਉਹ ਐਗਰੀਮੈਂਟ ਹੀ ਕਿਆ ਹੁੰਦਾ, ਇੱਕ ਪ੍ਰੂਫ ਹੁੰਦਾ ਹੈ, ਠੀਕ ਹੈ। ਇਸ ਚੀਜ਼ ਦਾ ਪ੍ਰੂਫ ਹੁੰਦਾ ਹੈ ਕਿ ਉਹ ਚੀਜ਼ ਜਿਹੜੀ ਹੈ ਸਾਨੂੰ ਬਿਲੋਂਗ ਕਰਦੀ ਹੈ, ਠੀਕ ਹੈ, ਕਿ ਉਹ ਚੀਜ਼ ਜੋ ਹੈ ਅਸੀਂ ਓਨ ਕਰਦੇ ਹਾਂ, ਠੀਕ ਹੈ। ਤਾਂ ਟੋਕਨ ਵੀ ਇੱਕ ਤਰ੍ਹਾਂ ਦਾ ਕੀ ਹੈ, ਟੋਕਨ ਵੀ ਇੱਕ ਤਰ੍ਹਾਂ ਦਾ ਪ੍ਰੂਫ ਹੀ ਹੈ, ਠੀਕ ਹੈ। ਅਗਰ ਕੋਈ ਵੀ ਚੀਜ਼ ਅਸੀਂ ਓਨ ਕਰ ਰਹੇ ਹਾਂ, ਲੇਕਿਨ ਫਿਜ਼ੀਕਲ ਫਾਰਮ 'ਚ ਨਹੀਂ, ਡਿਜੀਟਲ ਫਾਰਮ ਦੇ ਵਿੱਚ, ਠੀਕ ਹੈ। ਫੋਰ ਐਗਜ਼ਾਮਪਲ ਪੇਂਟਿੰਗ ਲੈ ਲਓ, ਕੋਈ ਸੌਂਗ ਲੈ ਲਓ, ਕੋਈ ਟਿਊਨ ਲੈ ਲਓ, ਜੋ ਤੁਸੀਂ ਕੋਈ ਟਿਊਨ ਬਣਾਈ ਹੈ, ਤੁਸੀਂ ਕੋਈ ਸੌਂਗ ਬਣਾਇਆ ਹੈ, ਤੁਸੀਂ ਕੋਈ ਆਰਟ ਬਣਾਈ ਹੈ, ਤੁਸੀਂ ਕੋਈ ਪੇਂਟਿੰਗ ਬਣਾਈ ਹੈ, ਕੋਈ ਵੀ ਚੀਜ਼ ਤੁਸੀਂ ਬਣਾਈ ਹੈ, ਡਿਜੀਟਲੀ ਬਣਾਈ ਹੈ, ਤੁਸੀਂ ਉਸਨੂੰ ਔਨ ਕਰਦੇ ਹੋ, ਠੀਕ ਹੈ। ਸੋ ਉਸਦੇ ਲਈ ਤੁਸੀਂ ਇੱਕ ਟੋਕਨ ਲੈ ਲੈਂਦੇ ਹੋ, ਤਾਂ ਕਿ ਤੁਸੀਂ ਇਹ ਸ਼ੋਅ ਕਰੋ ਕਿ ਉਸ ਲਈ ਹੁਣ ਤੁਹਾਨੂੰ ਪ੍ਰੂਫ ਚਾਹੀਦਾ ਹੋਊਗਾ ਨਾ ਕਿ ਇਹ ਸਾਰੀ ਜਿਹੜੀ ਚੀਜ਼ ਹੈ ਡਿਜੀਟਲ ਫਾਰਮ ਦੇ ਵਿੱਚ ਅਸੀਂ ਹੀ ਔਨ ਕਰਦੇ ਹਾਂ। ਸੋ ਉਸ ਲਈ ਜੋ ਤੁਹਾਨੂੰ ਪ੍ਰੂਫ ਮਿਲੂਗਾ, ਉਸੇ ਨੂੰ ਕੀ ਬੋਲਦੇ ਹਾਂ, ਟੋਕਨ ਬੋਲਦੇ ਹਾਂ, ਠੀਕ ਹੈ। ਸੋ ਉਹ ਪ੍ਰੂਫ ਵੀ ਜਿਹੜਾ ਹੈਗਾ ਉਹ ਡਿਜੀਟਲ ਫਾਰਮ 'ਚ ਹੋਊਗਾ, ਕਿਉਂਕਿ ਅਗਰ ਤੁਸੀਂ ਫੋਰ ਐਗਜ਼ਾਮਪਲ ਕੋਈ ਗੱਡੀ ਖਰੀਦਦੇ ਹੋ, ਘਰ ਦੀ ਰਜਿਸਟਰੀ ਕਰਵਾਉਂਦੇ ਹੋ, ਕੋਈ ਵੀ ਬਾਕੀ ਡਾਕੂਮੈਂਟਸ ਤੁਸੀਂ ਆਪਣੀ ਰੀਅਲ ਲਾਈਫ ਦੇ ਵਿੱਚ ਦੇਖੋਗੇ, ਉਹ ਫਿਜ਼ੀਕਲ ਫਾਰਮ 'ਚ ਹੋਣਗੇ, ਮਤਲਬ ਉਹਨਾਂ ਨੂੰ ਤੁਸੀਂ ਟੱਚ ਕਰ ਸਕਦੇ ਹੋ। ਬਟ ਅਗਰ ਕੋਈ ਡਿਜੀਟਲ ਟੋਕਨ ਮਿਲ ਰਿਹਾ, ਤੁਸੀਂ ਉਸਨੂੰ ਟੱਚ ਨਹੀਂ ਕਰ ਸਕਦੇ, ਕਿਉਂਕਿ ਉਹ ਡਿਜੀਟਲ ਫਾਰਮ ਦੇ ਵਿੱਚ ਹੈ, ਠੀਕ ਹੈ। ਸੋ ਨੋਰਮਲੀ ਜਿਹੜਾ ਤੁਸੀਂ ਟੋਕਨ ਲੈਂਦੇ ਹੋ, ਐਗਰੀਮੈਂਟ ਵਗੈਰਾ ਕਰਦੇ ਹੋ, ਜੋ ਤੁਹਾਨੂੰ ਮਿਲਦਾ ਹੈ ਫਿਜ਼ੀਕਲ ਫਾਰਮ 'ਚ, ਜਿਹਨੂੰ ਤੁਸੀਂ ਟੱਚ ਕਰ ਸਕਦੇ ਹੋ। ਹੁਣ ਉਸਦੀ ਜਿਹੜੀ ਰਜਿਸਟਰੀ ਵਗੈਰਾ ਕਰਵਾਉਂਦੇ ਹੋ ਤੁਸੀਂ, ਹੈ ਨਾ, ਉਸਨੂੰ ਕੌਣ ਟਰੈਕ ਕਰਦਾ, ਉਸ ਦੇ ਵਿੱਚ ਲਾਇਰਸ ਵਗੈਰਾ ਟਰੈਕ ਕਰਦੇ ਆ, ਹੈ ਨਾ, ਗਵਰਨਮੈਂਟ ਵਗੈਰਾ ਵੀ ਟਰੈਕ ਕਰਦੀ ਹੈ, ਕਿਉਂਕਿ ਗਵਰਨਮੈਂਟ ਕੋਲ ਸਾਰੇ ਓਰੀਜਨਲ ਡਾਕੂਮੈਂਟਸ ਵਗੈਰਾ ਵੀ, ਕਾਪੀਜ਼ ਵਗੈਰਾ ਸਭ ਕੁਛ ਤੁਸੀਂ ਦਿੱਤਾ ਹੁੰਦਾ ਹੈ, ਠੀਕ ਹੈ। ਔਰ ਫੋਰ ਐਗਜ਼ਾਮਪਲ ਕਦੇ ਇਨ ਫਿਊਚਰ ਤੁਹਾਨੂੰ ਦਿੱਕਤ ਆ ਗਈ, ਤੁਹਾਡੇ 'ਤੇ ਕਿਸੇ ਨੇ ਕੇਸ ਕਰਤਾ,
ਤੇ ਉਹਦੇ ਵਿੱਚ ਤੁਹਾਨੂੰ ਉਹੀ ਡਾਕੂਮੈਂਟਸ ਦੀ ਜ਼ਰੂਰਤ ਪੈ ਗਈ ਤਾਂ ਐਜ਼ ਐਨ ਐਵੀਡੈਂਸ ਵੀ ਉਹ ਕੀ ਕੰਮ ਆਉਣਗੇ, ਠੀਕ ਹੈ। ਬਟ ਜੋ ਡਿਜੀਟਲ ਟੋਕਨ ਹੈ ਇਸਨੂੰ ਕੌਣ ਟਰੈਕ ਕਰਦਾ, ਇਹਨੂੰ ਵੀ ਤਾਂ ਕੋਈ ਟਰੈਕ ਕਰਦਾ ਹੋਊਗਾ, ਇਹਨੂੰ ਪਬਲਿਕ ਹੀ ਟਰੈਕ ਕਰਦੀ ਹੈ ਕਿਉਂਕਿ ਕਿਸ 'ਤੇ ਬੇਸਡ ਹੈ, ਬਲੋਕਚੇਨ ਟੈਕਨੋਲੋਜੀ 'ਤੇ। ਅਤੇ ਬਲੋਕਚੇਨ ਟੈਕਨੋਲੋਜੀ ਖੁਦ 'ਚ ਇੱਕ ਡੀਸੈਂਟਰਲਾਈਜ਼ ਸਿਸਟਮ ਹੈ, ਸੋ ਇਹਦੇ ਵਿੱਚ ਜੋ ਐਪਲੀਕੇਸ਼ਨਸ ਤੁਸੀਂ ਯੂਜ਼ ਕਰੋਗੇ ਦੇ ਵਿਲ ਆਲਸੋ ਬੀ ਬੇਸਡ ਔਨ ਲਾਈਕ ਕਿ ਦੇ ਵਿਲ ਆਲਸੋ ਬੀ ਬੇਸਡ ਔਨ ਕਿ ਬਲੋਕਚੇਨ ਫਾਰਮ, ਠੀਕ ਹੈ। ਕਿ ਮਤਲਬ ਉਸਦੇ ਵਿੱਚ ਵੀ ਇਹੀ ਸਾਰੀ ਚੀਜ਼ ਹੋਊਗੀ ਜੋ ਡੀਸੈਂਟਰਲਾਈਜ਼ ਸਿਸਟਮ ਹੋਊਗਾ, ਠੀਕ ਹੈ। ਸੋ ਫੋਰ ਐਗਜ਼ਾਮਪਲ ਅਗਰ ਤੁਸੀਂ ਕੋਈ ਵੀ ਆਰਟ ਵਰਕ ਬਣਾਉਂਦੇ ਹੋ ਡਿਜੀਟਲ ਫਾਰਮ ਦੇ ਵਿੱਚ ਤਾਂ ਤੁਸੀਂ ਕਿਆ ਕਰੋਗੇ, ਉਸਦਾ NFT ਲਓਗੇ, ਠੀਕ ਹੈ, ਐਜ਼ ਅ ਪ੍ਰੂਫ ਕਿ ਹੁਣ ਮਤਲਬ ਕਿ ਤਾਂ ਕਿ ਉਸਦੀ ਕੋਈ ਹੋਰ ਬੰਦਾ ਕਾਪੀ ਨਾ ਕਰ ਸਕੇ, ਠੀਕ ਹੈ। ਔਰ ਅਗਰ ਤੁਸੀਂ ਮੰਨ ਲਓ ਕਿ ਇਸਨੂੰ ਸੈੱਲ ਕਰਨਾ ਹੈ, ਠੀਕ ਹੈ, ਤਾਂ ਤੁਸੀਂ ਇਸਨੂੰ ਸੈੱਲ ਕਰਕੇ ਉਸਦੇ ਐਕਸਚੇਂਜ ਦੇ ਵਿੱਚ ਕੋਈ ਵੀ ਕਰੰਸੀ ਜੋ ਹੈ ਉਹ ਲੈ ਸਕਦੇ ਹੋ, ਠੀਕ ਹੈ। ਔਰ ਜਿਹੜਾ ਟ੍ਰਾਂਜੈਕਸ਼ਨ ਰਿਕਾਰਡ ਹੋਊਗਾ ਉਹ ਫਿਰ ਸਭ ਨੂੰ ਸ਼ੋ ਹੋਊਗਾ ਕਿ ਕਿਸ ਨੂੰ ਤੁਸੀਂ ਜੋ ਹੈ ਉਹ ਟੋਕਨ ਵਗੈਰਾ ਅੱਗੇ ਕੀ ਕੀਤਾ, ਕਰੰਸੀ ਦੇ ਬਦਲੇ ਐਕਸਚੇਂਜ ਕੀਤਾ, ਠੀਕ ਹੈ। ਸੋ ਇਹ ਸੀਗਾ ਨੋਨ ਫੰਜੀਬਲ ਟੋਕਨ ਦੇ ਬਾਰੇ, ਠੀਕ ਹੈ। ਅਤੇ ਇਹੀ ਸੀ ਜੋ ਅਸੀਂ ਡਿਸਕਸ ਕਰਨਾ ਸੀਗਾ। ਅਤੇ ਇਸ ਤੋਂ ਬਾਅਦ ਅਸੀਂ ਦੇਖ ਲੈਂਦੇ ਹਾਂ, ਹਾਂਜੀ ਇੱਕ ਲਾਸਟ ਸਲਾਈਡ ਰਹਿ ਗਈ, ਸੌਰੀ ਮੈਂ ਵੇਖੀ ਨਹੀਂ ਸੀ। ਡਿਫਰੈਂਸ ਕੀ ਹੁੰਦਾ NFT ਔਰ ਕ੍ਰਿਪਟੋ ਕਰੰਸੀਜ਼ ਦੇ ਵਿੱਚ। ਜੋ ਕ੍ਰਿਪਟੋ ਕਰੰਸੀ ਹੈ ਇਹ ਫੰਜੀਬਲ ਹੁੰਦੀ ਹੈ, ਮੀਨਸ ਇੰਟਰਚੇਂਜੇਬਲ, ਠੀਕ ਹੈ। ਔਰ ਜੋ NFT ਹੈ ਇਹ ਕੀ ਹੁੰਦੇ ਨੇ, ਨੋਨ ਫੰਜੀਬਲ। ਕ੍ਰਿਪਟੋ ਕਰੰਸੀ ਨੂੰ ਤੁਸੀਂ ਐਕਸਚੇਂਜ ਕਰ ਸਕਦੇ ਹੋ, ਠੀਕ ਹੈ, ਬਿਟਕੋਇਨ ਟੂ ਬਿਟਕੋਇਨ। NFT ਨੋਨ ਫੰਜੀਬਲ ਹੁੰਦੀ ਆ, ਮਤਲਬ ਇੱਕ NFT ਦੀ ਜਿਹੜੀ ਵੈਲਿਊ ਹੈ ਦੂਸਰੇ NFT ਦੇ ਜ਼ਰੂਰੀ ਨਹੀਂ ਕਿ ਇਕੁਅਲ ਹੀ ਹੋਵੇ, ਕਿਉਂਕਿ ਹਰ ਆਰਟ ਆਪਣੇ ਆਪ 'ਚ ਇੱਕ ਡਿਫਰੈਂਟ ਆਰਟ ਹੁੰਦੀ ਹੈ, ਇੱਕ ਡਿਫਰੈਂਟ ਉਸਦੀ ਯੂਨੀਕ ਕਿਆ ਹੁੰਦੀ ਹੈ, ਵੈਲਿਊ ਹੁੰਦੀ ਹੈ, ਠੀਕ ਹੈ। ਸੋ ਇਹ ਸੀਗਾ ਡਿਫਰੈਂਸ ਇਹਦੇ ਵਿੱਚ। ਸੋ ਹੁਣ ਅੱਜ ਦੇ ਲਈ ਇੰਨਾ ਹੀ, ਠੀਕ ਹੈ। ਅਤੇ ਨੈਕਸਟ ਜੋ ਅਸੀਂ ਗੱਲ ਕਰੂੰਗੇ ਉਹ ਗੱਲ ਕਰੂੰਗੇ ਨੈਕਸਟ ਜਿਹੜੀ ਸਾਡੀ ਵੀਡੀਓ ਆਊਗੀ, ਆਈ ਡੋਂਟ ਨੋ, ਮੈਨੂੰ ਦੇਖਣਾ ਪੈਣਾ ਕਿਉਂਕਿ ਮੈਂ ਕਾਫੀ PPTs ਬਣਾ ਕੇ ਰੱਖੀਆਂ ਨੇ ਕਿ ਕਿਸ 'ਤੇ ਮੈਂ ਪਾਉਣਾ ਹੈ, ਬਟ ਡੋਂਟ ਵਰੀ, ਉਹ ਵੀ 1-2 ਦਿਨ ਦੇ ਵਿੱਚ ਮੈਂ ਅਪਲੋਡ ਕਰ ਦੇਵਾਂਗੀ, ਠੀਕ ਹੈ। ਸੋ ਦੈਟਸ ਆਲ ਫॉर ਟੂਡੇ ਗਾਈਜ਼। ਅਗਰ ਕੋਈ ਵੀ ਤੁਹਾਨੂੰ ਡਾਊਟ ਵਗੈਰਾ ਹੋਇਆ ਅਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ। ਅਤੇ ਰਿਵੀਜ਼ਨ ਇਜ਼ ਨੈਸੈਸਿਟੀ, ਠੀਕ ਹੈ, ਟੂ ਅਚੀਵ ਸਕਸੈਸ। ਅਤੇ ਰਿਵੀਜ਼ਨ ਤੁਸੀਂ ਕਰਦੇ ਰਹੋ। ਅਤੇ ਦੈਟਸ ਆਲ ਫॉर ਟੂਡੇ। Thank you so much and please do like and subscribe to my channel. We'll meet you in the next video. Bye bye, take care.